ਮੈਂ ਇੱਕ ਚੀਜ਼ ਚਾਹੁੰਦਾ ਕਿ ਉਹਨਾਂ ਕੋਲ ਇਸ ਟਾਈਮ ਦੋ ਅਹੁਦੇ ਨੇ ਜੀ। ਇੱਕ ਤਾਂ ਉਹ ਮੈਂਬਰ ਪਾਰਲੀਮੈਂਟ ਨੇ ਸੰਗਰੂਰ ਤੋਂ, ਅਤੇ ਉਰੋਂ ਉਹ MLA ਲੜ ਰਹੇ ਨੇ। ਕਿਉਂ ਜਿਮਣੀ ਚੋਣ ਦਾ ਬੋਝ ਕਿਸ 'ਤੇ ਪਾਉਣਾ? ਉਹ ਅਸਤੀਫਾ ਦੇਣ ਮੈਂਬਰ ਪਾਰਲੀਮੈਂਟ ਤੋਂ, ਅਤੇ ਇੱਥੇ ਧੂਰੀ ਦੀ ਚੋਣ ਆ ਜਿਹੜੀ ਉਹ ਲੜਨ। ਮੈਂ ਤਾਂ ਇਹ ਕਹਿ ਰਿਹਾ ਕਿ ਸਾਰੇ ਲੋਕਾਂ ਦਾ ਇੰਨਾ ਪਿਆਰ ਅਤੇ ਸਤਿਕਾਰ, ਮੈਨੂੰ ਲੱਗਦਾ ਕਿ ਜੇ ਕੋਈ ਆਮ ਬੰਦਾ ਮੇਰੇ ਸਾਹਮਣੇ ਲੜਦਾ ਤਾਂ ਸ਼ਾਇਦ ਇੰਨਾ ਪਿਆਰ ਜਾਂ ਸਤਿਕਾਰ ਮੇਰੇ ਹਿੱਸੇ ਨਹੀਂ ਸੀ ਆਉਣਾ ਜਿੰਨਾ ਹੁਣ ਆ ਰਿਹਾ ਜੀ। ਜਿਵੇਂ ਕਿ ਪਿਛਲੇ ਦਿਨੀ ਤੁਹਾਡੇ ਧਰਮ ਪਤਨੀ ਜਾਂਦੇ ਨੇ ਪਿੰਡਾਂ ਦੇ ਵਿੱਚ, ਅਤੇ ਉੱਥੇ ਜਾ ਕੇ ਆਮ ਆਦਮੀ ਪਾਰਟੀ ਦੇ ਕੁਝ ਵਰਕਰਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ। ਆਪਾਂ ਕਿਸੇ ਨੂੰ ਵੀ ਮਾੜਾ ਕਹਿਣਾ ਡਿਫਰੈਂਟ ਗੱਲ ਆ ਜੀ। ਮੈਨੂੰ ਕਹੋ ਤੁਸੀਂ ਮਾੜਾ, ਕੋਈ ਦਿੱਕਤ ਵਾਲੀ ਗੱਲ ਨਹੀਂ, ਮੈਂ ਫੀਲਡ ਦੇ ਵਿੱਚ ਆ, ਪਰ ਮੇਰੇ ਬੱਚੇ, ਮੇਰੀ ਫੈਮਿਲੀ, ਇਹ ਚੀਜ਼ਾਂ ਇੰਨੀ ਕੁ ਜ਼ਿਆਦਾ ਨਿਘਾਰ ਆ ਚੁੱਕਿਆ। ਤੁਸੀਂ ਕਿਵੇਂ ਇਹ ਚੀਜ਼ ਨੂੰ, ਅਸੀਂ ਤਾਂ ਯੂਨੀਵਰਸਿਟੀ ਦੇ ਲੀਡਰ ਹਾਂ ਜੀ, ਅਸੀਂ ਤਾਂ ਨਹੀਂ ਇਹੀ ਜੀ ਕੋਈ ਚੀਜ਼ ਕਰਨੀ ਹੈਗੀ। ਇਹ ਬੰਦੇ ਕਦੋਂ ਚੁਣਨਗੇ ਜੀ? ਉਹੋ ਜਿਹੇ ਬੰਦੇ ਨੂੰ ਜਿਹੜੇ ਗਾਲਾਂ ਲਿਖਦੇ ਹੋਣ ਜੀ, ਮਾੜੀਆਂ ਗੱਲਾਂ ਕਰਦੇ ਹੋਣ ਜੀ, ਲੇਡੀਜ਼ ਦਾ, ਭੈਣਾਂ ਦਾ, ਭਰਾਵਾਂ ਦਾ। ਆਪਣੇ ਪੰਜਾਬੀਅਤ 'ਚ ਤਾਂ ਇਹ ਚੀਜ਼ ਹੈ ਹੀ ਨਹੀਂ ਜੀ। ਆਪਾਂ ਤਾਂ ਬਹੁਤ ਸਤਿਕਾਰ ਕਰਨ ਵਾਲੇ ਬੰਦੇ ਆ। ਮੈਂ ਤਾਂ ਕਹਿਣਾ ਜੀ, ਕਿਸੇ ਵੀ ਪਿੰਡ ਦੇ ਵਿੱਚ, ਕਿਸੇ ਵੀ ਵਾਰਡ ਦੇ ਵਿੱਚ ਜਗ੍ਹਾ ਵੀ ਆਮ ਆਦਮੀ ਵਾਲਿਆਂ ਦੀ, ਠੀਕ ਹੈ ਨਾ, ਅਤੇ ਟਾਈਮ ਵੀ ਆਮ ਆਦਮੀ ਵਾਲਿਆਂ ਦਾ, ਅਤੇ ਪਿੰਡ ਵੀ ਉਹ ਚੂਜ਼ ਕਰ ਲੈਣ, ਅਤੇ ਸ਼ਹਿਰ ਵੀ ਉਹ ਚੂਜ਼ ਕਰ ਲੈਣ। ਉਹ ਆਪਦੇ ਕੰਮ ਗਣਾਉਣ, ਇੱਧਰੋਂ ਮੈਂ ਆਪਦੇ ਕੰਮ ਲੈ ਕੇ ਜਾਊਂਗਾ। ਲੋਕਾਂ ਦੀ ਕਚਹਿਰੀ 'ਚ ਲੋਕਾਂ ਨੂੰ ਕਲੀਅਰ ਹੋ ਜਾਊਗਾ ਵੀ ਕਿਹਨੇ ਕੰਮ ਕਰੇ ਨੇ ਜਾਂ ਕਿਹਨੇ ਨਹੀਂ ਕਰੇ। ਉਹੀ ਚੀਜ਼ ਤੋਂ ਭੱਜ ਰਹੇ ਨੇ। ਕਿਉਂ ਭੱਜ ਰਹੇ ਨੇ? ਕਿਉਂਕਿ ਉਹ ਹਮੇਸ਼ਾ ਹੀ ਐਬਸੈਂਟ ਰਹੇ ਨੇ। ਮੈਂ 57 ਪਿੰਡਾਂ ਦੇ ਵਿੱਚ ਗਰਾਊਂਡ ਬਣਾਏ ਨੇ ਬਾਈ ਜੀ। ਹਰ ਰੋਜ਼ ਸ਼ਾਮ ਨੂੰ 35 ਤੋਂ 40 ਨੌਜਵਾਨ ਉੱਥੇ ਖੇਡਦੇ ਨੇ ਲਾਈਟਾਂ ਲਾ ਕੇ। ਤੁਸੀਂ ਦੱਸੋ ਵੀ ਨਸ਼ੇ ਦੀ ਦਲਦਲ 'ਚੋਂ ਕੱਢਣ ਦਾ ਇਹ ਇੱਕ ਕਿੱਡਾ ਵਧੀਆ ਤਰੀਕਾ। ਜੇ ਆਪਾਂ TV ਤੇ ਬੈਠੇ ਗੱਲਾਂ ਕਰੀ ਜਾਈਏ ਵੀ ਨਸ਼ਾ ਬਹੁਤ ਆ ਜੀ, ਨਸ਼ਾ ਬਹੁਤ ਆ, ਐਂ ਤਾਂ ਨਹੀਂ ਨਸ਼ਾ ਦੂਰ ਹੋਣਾ। ਤੁਹਾਨੂੰ ਬਦਲ ਦੇਣਾ ਪਊਗਾ। ਉਹ ਇੱਕ ਵੀ ਪ੍ਰੋਜੈਕਟ ਇਹੋ ਜਿਹਾ ਗਿਣਾਵੇ ਜੀ, ਇੱਕ ਵੀ ਗੱਲ ਇਹੀ ਜੀ ਗਿਣਾਵੇ ਉਹ ਵੀ ਉਹਨੇ ਲੋਕਾਂ ਲਈ ਕੋਈ ਚੀਜ਼ ਕਰੀ ਹੋਵੇ। ਕੀ ਅਕਾਲੀ ਦਲ ਦੀ ਰਾਜਨੀਤੀ ਨੂੰ ਤੁਸੀਂ ਮੰਨਦੇ ਹੋ ਕਿ ਸੰਗਰੂਰ ਵਿੱਚ ਦੁਬਾਰਾ ਪੈਰ ਜਮਾ ਸਕਦੀ ਆ? ਬਾਹਰੋਂ ਲਿਆ ਕੇ ਉਮੀਦਵਾਰ ਲੜਾ ਰਹੇ ਨੇ। ਕੀ ਸਾਡੀ ਧੂਰੀ ਦੀ ਮਿੱਟੀ 'ਚ ਇੰਨਾ ਦਮ ਹੈ ਨਹੀਂ ਕਿ ਅਸੀਂ ਇੱਥੋਂ ਲੀਡਰ ਪੈਦਾ ਕਰ ਸਕੀਏ? ਭਗਵੰਤ ਜੀ ਦਾ ਇਹ ਫਾਈਨਲ ਹੋ ਗਿਆ ਵੀ ਇਹਨਾਂ ਨੇ ਇਲੈਕਸ਼ਨ ਉਰੋਂ ਲੜਨੀ ਆ। ਉਦੋਂ ਆ ਟੇਬਲ ਭੇਜੇ ਨੇ ਜੀ, ਜਿਹੜੇ ਆ ਕੁਰਸੀਆਂ, ਬੈਂਚ ਜੇ ਹੁੰਦੇ ਨੇ ਜਿਹੜੇ, ਵੀ ਹੋਰ ਇਸ ਤੋਂ ਬਿਨਾਂ ਉਹਨਾਂ ਦਾ ਇੱਥੇ ਕੋਈ ਵੱਡੀ ਪ੍ਰੋਜੈਕਟ। ਤਾਂ ਹੀ ਤਾਂ ਮੈਂ ਓਪਨਲੀ ਡਿਬੇਟ ਲਈ ਉਹਨਾਂ ਨੂੰ ਬੁਲਾ ਰਿਹਾ ਵੀ ਆਓ ਡਿਬੇਟ ਕਰੀਏ ਆਪਾਂ ਇਸ ਚੀਜ਼ 'ਤੇ। ਇਹ ਕੱਲ੍ਹ ਇੱਥੇ ਧੂਰੀ ਭਗਵੰਤ ਮਾਨ ਆਇਆ, ਇਹਨਾਂ ਨੇ ਚੀਕਾਂ ਹੀ ਮਾਰੀਆਂ ਬਸ। ਇਹ ਚੀਜ਼ਾਂ ਨਹੀਂ ਹੈਗੀਆਂ ਜੀ। ਇਹ ਤੁਹਾਨੂੰ ਵਿਜ਼ਨ ਦੱਸਣਾ ਪਊਗਾ ਵੀ ਤੁਸੀਂ ਕੀ ਕਰੋਗੇ। ਮੈਂ ਇੱਕ ਚੋਣ ਮੈਨੀਫੈਸਟੋ ਤਿਆਰ ਕਰ ਰਿਹਾ ਧੂਰੀ ਦਾ, ਸਿਰਫ ਧੂਰੀ ਦਾ ਚੋਣ ਮੈਨੀਫੈਸਟੋ, ਪਾਰਟੀ ਤੋਂ ਅਲੱਗ ਹੋ ਕੇ। ਅਤੇ ਉਹ ਮੈਂ ਐਫੀਡੈਵਿਟ ਵੀ ਦਊਂਗਾ ਕਿ ਜੇ ਮੈਂ ਇਹ ਪੂਰਾ ਨਾ ਕਰ ਸਕਿਆ, ਮੈਂ ਲੀਗਲ ਡਾਕੂਮੈਂਟ ਬਣਾਊਂਗਾ ਉਸ ਚੀਜ਼ ਨੂੰ। ਅਤੇ ਚਾਹੇ ਮੈਂ ਜਿੱਤਾਂ ਚਾਹੇ ਮੈਂ ਹਾਰਾਂ, ਇਹ ਵੀ ਨਾਲ ਲਿਖੂੰਗਾ। ਇਹ ਵੀ ਨਹੀਂ ਕਦੇ ਕਿਸੇ ਨੇ ਲਿਖਿਆ ਹੋਣਾ। ਅਤੇ ਮੈਂ ਇਹ ਚੀਜ਼ ਕਰਕੇ ਦਿਖਾਊਂਗਾ। ਕਿਸੇ ਨਾ ਕਿਸੇ ਨੂੰ ਸ਼ੁਰੂਆਤ ਕਰਨੀ ਪੈਣੀ ਹੈ, ਅਤੇ ਉਹ ਸ਼ੁਰੂਆਤ ਤੁਹਾਡਾ ਇਹ ਭਰਾ ਕਰੂਗਾ। ਪੰਜਾਬੀ ਨੈਸ਼ਨਲ TV ਦੇਖਦੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਨਾਮ ਸਿੰਘ ਬਿਲਗਾ। ਤਾਂ ਇਸ ਵਕਤ ਪੰਜਾਬ ਦੇ ਵਿੱਚ ਸਿਆਸੀ ਪਿੜ ਬਿਲਕੁਲ ਭਖ ਚੁੱਕਿਆ ਆ, ਅਤੇ ਪੰਜਾਬ ਦੀ ਰਾਜਨੀਤੀ ਵਿੱਚ ਜ਼ਿਲ੍ਹਾ ਸੰਗਰੂਰ ਦੀ ਗੱਲ ਕਰਨੀ ਬਿਲਕੁਲ ਬਣਦੀ ਆ। ਅਤੇ ਜ਼ਿਲ੍ਹਾ ਸੰਗਰੂਰ ਦੀ ਗੱਲ ਕਰਾਂਗੇ ਤਾਂ ਹਲਕਾ ਧੂਰੀ ਨੂੰ ਵੀ ਕਿਸੇ ਤਰ੍ਹਾਂ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸਾਡੇ ਨਾਲ ਹਲਕਾ ਧੂਰੀ ਤੋਂ ਵਿਧਾਇਕ ਦਲਵੀਰ ਗੋਲਡੀ ਜੀ ਮੌਜੂਦ ਆ, ਜਿਹੜੇ ਕਿ ਕਾਂਗਰਸ ਵੱਲੋਂ ਦੁਬਾਰਾ ਫਿਰ 2022 ਦੇ ਵਿੱਚ ਆਪਣੀ ਕਿਸਮਤ ਅਜਮਾ ਰਹੇ ਨੇ। ਕਰਦੇ ਉਹਨਾਂ ਨਾਲ ਧੂਰੀ ਹਲਕੇ ਦੀ ਗੱਲਬਾਤ ਕਿ 5 ਸਾਲ ਦੇ ਵਿੱਚ ਧੂਰੀ ਹਲਕੇ ਲਈ ਉਹਨਾਂ ਨੇ ਕੀ ਪ੍ਰਾਪਤੀਆਂ ਰਹੀਆਂ, ਅਤੇ ਆਉਣ ਵਾਲੇ ਸਮੇਂ ਵਿੱਚ ਧੂਰੀ ਹਲਕੇ ਲਈ ਉਹਨਾਂ ਦਾ ਕੀ ਵਿਜ਼ਨ ਹੋਵੇਗਾ। ਦਲਵੀਰ ਗੋਲਡੀ ਜੀ, ਨਿੱਘਾ ਜੀ ਆਏ। ਬਹੁਤ ਬਹੁਤ ਧੰਨਵਾਦ ਵੀਰ ਜੀ। ਅਤੇ ਤੁਸੀਂ ਮੈਨੂੰ ਲੋਕਾਂ ਦੇ ਰੂਬਰੂ ਕਰ ਰਹੇ ਹੋ। ਤੁਸੀਂ ਅਤੇ ਤੁਹਾਡੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ। ਆਪਾਂ ਦੇਖ ਰਹੇ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਜਦੋਂ ਰਾਹੁਲ ਗਾਂਧੀ ਦੇ ਹੱਥ ਕਮਾਂਡ ਆਉਂਦੀ ਕਾਂਗਰਸ ਦੀ, ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਜਿਹੜੇ ਨੌਜਵਾਨ ਚਿਹਰੇ ਆ ਉਹ ਸਿਆਸਤ ਵਿੱਚ ਲਿਆਂਦੇ ਜਾਣ। ਪ੍ਰਿਅੰਕਾ ਗਾਂਧੀ ਦਾ ਵੀ ਇਹ ਵਿਜ਼ਨ ਦੇਖਿਆ ਗਿਆ। ਜਿਵੇਂ ਤੁਹਾਡੇ ਵਿਜੇਂਦਰ ਸਿੰਗਲਾ ਤੋਂ ਹੋਣ, ਚਾਹੇ ਕਾਫੀ ਚਿਰ ਬਰਿੰਦਰ ਹੈ ਰੂਪਨਗਰ ਤੋਂ ਹੋਣ, ਬਰਿੰਦਰ ਢਿੱਲੋਂ ਜੀ, ਤੁਸੀਂ ਵੀ ਧੂਰੀ ਤੋਂ ਪਿਛਲੀ ਵਾਰੀ ਵਿਧਾਇਕ ਰਹੇ ਹੋ। ਇਸ ਵਾਰ ਫਿਰ ਤੁਹਾਡੇ 'ਤੇ ਭਰੋਸਾ ਪ੍ਰਗਟਾਇਆ। ਪਰ ਸਭ ਨੂੰ ਵੱਡੀ ਗੱਲ ਹੈ ਕਿ ਇਸ ਵਕਤ ਆਮ ਆਦਮੀ ਪਾਰਟੀ ਦਾ CM ਚਿਹਰਾ ਭਗਵੰਤ ਮਾਨ ਇਸ ਹਲਕੇ ਤੋਂ ਇਲੈਕਸ਼ਨ ਲੜ ਰਿਹਾ। ਇਸ ਕਰਕੇ ਹਲਕਾ ਖਾਸ ਬਣ ਗਿਆ। ਕਿ ਤੁਹਾਡੀ ਲੀਡਰਸ਼ਿਪ ਇਸ ਵਕਤ ਜਿਹੜੀ ਆ ਤੁਹਾਡੇ ਹਲਕੇ ਨੂੰ ਪੂਰੀ ਤਰ੍ਹਾਂ ਸਪੋਰਟ ਕਰ ਰਹੀ ਹੈ? ਹਾਂਜੀ ਹਾਂ, ਬਿਲਕੁਲ ਵੀਰ ਜੀ। ਇਹ ਦੇਖੋ, ਜਿਹੜਾ ਇਲੈਕਸ਼ਨ ਤਾਂ ਤੁਸੀਂ ਨੇ ਕੰਟੈਸਟ ਕਰਨੀ ਹੁੰਦੀ ਹੈ, ਕਿਸੇ ਨਾ ਕਿਸੇ ਦੇ ਸਾਹਮਣੇ ਤਾਂ ਕਰਨੀ ਹੁੰਦੀ ਹੈ।
ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਉਹਨਾਂ ਦਾ ਇੱਕ ਜਿਹੜਾ ਚਿਹਰਾ ਉਹ ਮੇਰੇ ਅਗੇਂਸਟ ਇੱਥੇ ਕੰਟੈਸਟ ਕਰ ਰਹੇ ਨੇ ਤੇ ਬੜੀ ਸਿੱਧੀ ਜੀ ਇਹਦੇ 'ਚ ਗੱਲ ਆ। ਹਾਈ ਕਮਾਂਡ ਬਹੁਤ ਵਧੀਆ ਤਰੀਕੇ ਨਾਲ ਮੇਰੀ ਹੈਲਪ ਕਰ ਰਹੀ ਆ। ਪਹਿਲਾਂ ਵੀ ਉਹਨਾਂ ਨੇ ਮੇਰੇ ਤੇ ਭਰੋਸਾ ਜਿਹੜਾ ਜਤਾਇਆ। ਸਭ ਤੋਂ ਪਹਿਲੀ ਗੱਲ ਤਾਂ ਵੀ ਨੌਜਵਾਨਾਂ ਨੂੰ ਅੱਗੇ ਪ੍ਰਮੋਟ ਕਰਨ ਵਾਲੀ ਪਾਰਟੀ ਆ, ਸੈਕੂਲਰਿਜ਼ਮ ਦੀ ਗੱਲ ਕਰਨ ਵਾਲੀ ਪਾਰਟੀ ਆ, ਸਾਰਿਆਂ ਨੂੰ ਬਰਾਬਰ ਰੱਖ ਕੇ ਚੱਲਣ ਵਾਲੀ ਪਾਰਟੀ ਆ। ਮੈਂ ਉਸ ਪਾਰਟੀ ਦਾ ਮੈਂਬਰ ਹਾਂ ਜਾਂ ਉਸ ਪਾਰਟੀ ਦੇ ਨਾਲ ਮੈਨੂੰ ਮੌਕਾ ਮਿਲਦਾ ਸੇਵਾ ਕਰਨ ਦਾ, ਤਾਂ ਇਹ ਬਹੁਤ ਵੱਡੀ ਗੱਲ ਆ। ਕਿਉਂਕਿ ਹੁਣ ਚਰਨਜੀਤ ਸਿੰਘ ਚੰਨੀ ਨੇ ਕਿਸ ਤਰੀਕੇ ਨਾਲ ਗਰਾਊਂਡ ਰਿਐਲਿਟੀ ਨੂੰ ਸਮਝਦੇ ਹੋਏ ਕਿੰਨੇ ਵਧੀਆ ਤਰੀਕੇ ਨਾਲ ਜਿਹੜਾ ਕੰਮ ਕਰਿਆ। ਸੋ ਇਸ ਵਾਰ ਜਿਹੜੀ ਇੱਥੇ ਦੀ ਫਾਈਟ ਆ, ਨਹੀਂ ਤਾਂ ਅਕਸਰ ਕੀ ਹੁੰਦਾ ਕਿਸੇ ਵੀ ਜਗ੍ਹਾ 'ਤੇ ਵੱਡਾ ਚਿਹਰਾ ਜਾਂਦਾ ਅਗਲਾ ਕਹਿੰਦਾ ਇਹ ਜਿੱਤ ਜੂਗਾ ਜੀ, ਪਰ ਇੱਥੇ ਕਿਉਂ ਇਹ ਚੀਜ਼ ਹੋ ਰਹੀ ਆ ਜਾਂ ਇਹਨੂੰ ਆਪਾਂ ਐਂ ਕਹਿ ਦਿੰਦੇ ਹਾਂ ਵੀ ਇਹਦੇ 'ਤੇ ਨਿਗਾਹ ਕਿਉਂ ਆ ਸੀਟ 'ਤੇ ਸਾਰਿਆਂ ਦੀ 'ਤੇ, ਕਿਉਂਕਿ ਇੱਕ ਗਰਾਊਂਡ ਰਿਐਲਿਟੀ ਨਾਲ ਜੁੜਿਆ ਹੋਇਆ ਲੀਡਰ ਉਹਨਾਂ ਦੇ ਸਾਹਮਣੇ ਆ ਜਿਹਨੇ ਪੂਰਾ ਇੱਕ ਦਿਨ ਇੱਕ ਮਿੰਟ ਜਿਹੜੀ ਲੋਕਾਂ ਦੀ ਕਚਹਿਰੀ ਦੇ ਵਿੱਚ ਹਾਜ਼ਰ ਰਹਿ ਕੇ ਲੋਕਾਂ ਦੇ ਲਈ ਕੰਮ ਕਰੇ ਨੇ। ਸੋ ਉਹੀ ਕੰਮਾਂ ਨੂੰ ਲੈ ਕੇ ਜਿਹੜਾ ਮੈਂ ਲੋਕਾਂ ਦੀ ਕਚਹਿਰੀ 'ਚ ਜਾ ਰਿਹਾ ਅਤੇ ਲੋਕਾਂ ਨੇ ਵੀ ਮਨ ਬਣਾਇਆ ਹੋਇਆ, ਕਿਉਂਕਿ ਉਹ ਆਪਦੇ ਬੱਚੇ ਦਾ ਜਿਹੜਾ ਹਮੇਸ਼ਾ ਹੀ ਉਜਵਲ ਭਵਿੱਖ ਦੇਖਦੇ ਨੇ ਅਤੇ ਹਮੇਸ਼ਾ ਹੀ ਮੇਰੇ 'ਤੇ ਆਸ਼ੀਰਵਾਦ ਰੱਖਦੇ ਨੇ। ਸੋ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਦੀ ਸਪੋਰਟ ਮੈਨੂੰ ਮਿਲ ਰਹੀ ਹੈ ਜੀ। ਜਿਵੇਂ ਕਹਿੰਦੇ ਵੱਡਾ ਚਿਹਰਾ ਆਮ ਆਦਮੀ ਪਾਰਟੀ ਵੱਲੋਂ ਦਿੱਤਾ ਕਿ ਤੁਹਾਡੇ ਵੱਡੇ ਚਿਹਰੇ ਵੀ ਤੁਹਾਡੀ ਇਲੈਕਸ਼ਨ ਕੰਪੇਨ ਲਈ ਆ ਰਹੇ ਨੇ ਇੱਥੇ। ਹਾਂਜੀ ਹਾਂ, ਬਿਲਕੁਲ। ਅੱਜ ਜਦੋਂ ਟਿਕਟਾਂ ਦੀ ਪ੍ਰਕਿਰਿਆ ਦਾ ਜਿਹੜਾ ਕੰਮ ਨਿਬੜ ਗਿਆ ਸਾਰਾ, ਅਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਵੀ ਸਾਰੇ ਜਾਣੇ ਸਾਡੇ ਨੈਸ਼ਨਲ ਲੀਡਰ ਵੀ ਇੱਥੇ ਆਉਣਗੇ, ਸਟੇਟ ਲੀਡਰਸ਼ਿਪ ਨੇ ਤਾਂ ਸਾਡੀ ਨੇ ਇੱਥੇ ਆਉਣਾ ਹੀ ਆਉਣਾ, ਕਿਉਂਕਿ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਐਜ਼ ਆ ਪਾਇਲਟ ਜਿਵੇਂ ਮੈਂ ਕੋਈ ਪ੍ਰੋਜੈਕਟ ਚੱਕੇ ਤਾਂ ਉਹਨਾਂ ਨੂੰ ਗਰਾਊਂਡ ਹਕੀਕਤ ਦੇ ਉੱਤੇ ਬਿਲਕੁਲ ਲੋਕਾਂ ਦੇ ਸਾਹਮਣੇ ਬਣਾ ਕੇ ਦਿਖਾਇਆ, ਕਰਕੇ ਦਿਖਾਇਆ। ਸੋ ਇਹ ਬਹੁਤ ਵੱਡੀ, ਕਈ ਲੀਡਰ ਜਿਵੇਂ ਹੁਣ ਸਕਾਈਪ 'ਤੇ ਹੀ ਬੈਠੇ ਇੰਟਰਵਿਊ ਕਰੀ ਜਾਂਦੇ ਨੇ ਦਿੱਲੀ, ਤਾਂ ਉਹਨਾਂ ਨੇ ਕਦੇ ਗਰਾਊਂਡ ਰਿਐਲਿਟੀ ਦੇਖੀ ਨਹੀਂ। ਸੋ ਮੇਰਾ ਫਰਜ਼ ਸੀਗਾ ਕਿ ਚਾਹੇ ਕਰੋਨਾ ਦਾ ਟਾਈਮ ਹੋਵੇ, ਚਾਹੇ ਸਾਡੇ ਕਿਸਾਨੀ ਸੰਘਰਸ਼ ਦੀ ਗੱਲ ਹੋਵੇ, ਚਾਹੇ ਸਾਡੇ ਟੋਲ ਪਲਾਜ਼ੇ ਦੀ ਗੱਲ ਹੋਵੇ, ਕਿਸੇ ਵੀ ਮੈਟਰ 'ਤੇ, ਚਾਹੇ ਸਾਡਾ ਸ਼ਹਿਰ, ਜਿਵੇਂ ਸਭ ਤੋਂ ਵੱਡੀ ਗੱਲ ਇਹ ਹੈ ਕਿ 2002 ਤੋਂ ਲੈ ਕੇ 2017 ਤੱਕ ਜਿੰਨੇ ਵੀ ਉਮੀਦਵਾਰ ਰਹੇ ਨੇ ਉਹ ਸਾਰੇ ਧੂਰੀ ਤੋਂ ਬਾਹਰਲੇ ਰਹੇ ਨੇ। ਉਹ ਆ ਕੇ ਲੜੇ ਇਲੈਕਸ਼ਨ, ਚਾਹੇ ਅਕਾਲੀ ਦਲ 2002 'ਚ ਬਰਨਾਲਾ ਪਰਿਵਾਰ ਸੀਗਾ ਜੀ, 2007 ਦੇ ਵਿੱਚ ਸਾਡੇ ਝੁੰਦਾ ਸਾਹਿਬ ਸੀਗੇ ਜੀ, 2012 ਦੇ ਵਿੱਚ ਸਾਡੀ ਕਾਂਗਰਸ ਦੀ ਨੁਮਾਇੰਦਗੀ ਦੇ ਵਿੱਚ ਅਰਵਿੰਦ ਖੰਨਾ ਜੀ ਨੇ ਲੜਿਆ, ਫਿਰ ਉਹ ਛੱਡ ਗਏ ਸੀਗੇ ਜੀ। ਫਿਰ 2014 ਦੀ ਇਲੈਕਸ਼ਨ ਹੋਈ, ਉਦੋਂ ਲੌਂਗੋਵਾਲ ਸਾਹਿਬ ਆਏ, ਬਟ ਉਹਨਾਂ ਨੇ ਵੀ ਲੜ ਕੇ ਫਿਰ 2017 ਦੀ ਜਿਹੜੀ ਚੋਣ ਸੀਗੀ ਉਹ ਸਨਾਮ ਤੋਂ ਲੜੀ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਮੈਂ ਉਹਨਾਂ 'ਚ ਕੋਈ ਕਮੀ ਨਹੀਂ ਕੱਢ ਰਿਹਾ, ਬਟ ਇਹ ਆ ਵੀ ਹਰੇਕ ਬੰਦਾ ਆਪਦੇ ਘਰੇ ਪ੍ਰੈਫਰ ਕਰਦਾ ਜਾਣ ਦੀ। ਸੋ ਮੇਰਾ ਤਾਂ ਇਹ ਹਾਂਜੀ ਹਾਂ, ਬਿਲਕੁਲ ਹਲਕੇ ਨਾਲ ਬਹੁਤ, ਕਿਉਂਕਿ ਘਰ ਸੰਬੰਧ, ਰਿਸ਼ਤੇਦਾਰ, ਆਸ ਗੁਆਂਢ ਜੁੜਿਆ ਹੁੰਦਾ। ਜਿਵੇਂ ਹੁਣ ਮੇਰੀ ਕੌਂਸਟੀਚੁਐਂਸੀ ਆ, ਮੇਰੇ ਨਾਨਕੇ ਵੀ ਇਸੇ ਕੌਂਸਟੀਚੁਐਂਸੀ 'ਚ ਨੇ, ਮੇਰਾ ਪਿੰਡ ਵੀ ਇੱਥੇ ਆ, ਮੇਰੀਆਂ ਭੈਣਾਂ ਵੀ ਇੱਥੇ ਵਿਆਹੀਆਂ ਹੋਈਆਂ ਨੇ, ਅਤੇ ਅਸੀਂ ਯਾਨੀ ਕਿ ਜਦੋਂ ਚੰਡੀਗੜ੍ਹ ਤੋਂ ਪੜ੍ਹ ਕੇ ਵਾਪਸ ਧੂਰੀ ਆਇਆ ਤਾਂ ਮੈਂ ਆਪਦੇ ਏਰੀਏ 'ਚ ਹੀ ਕੰਮ ਕਰਨ ਦੀ ਸੋਚੀ, ਕਿਉਂਕਿ ਉੱਥੇ ਮੈਂ ਯੂਨੀਵਰਸਿਟੀ ਸਟੂਡੈਂਟ ਕਾਊਂਸਲ ਦਾ ਪ੍ਰੈਜ਼ੀਡੈਂਟ ਸੀਗਾ ਜੀ। ਅਤੇ ਸਭ ਤੋਂ ਜਿਹੜੀ ਅਹਿਮ ਇਹ ਗੱਲ ਆ ਕਿ ਡਿਵੈਲਪਮੈਂਟ ਦੇ ਉੱਪਰ ਵੋਟ ਪੈਂਦੀ ਆ। ਲੀਡਰ ਇਲੈਕਟ ਕਿਉਂ ਹੁੰਦੇ ਨੇ, ਇਹ ਸਾਰਾ ਪ੍ਰੋਸੈਸ ਕਿਉਂ ਬਣਿਆ ਹੋਇਆ। ਤੁਸੀਂ ਇੱਕ ਸਰਪੰਚ ਸਾਹਿਬਾਨ ਨੂੰ ਚੁਣਦੇ ਹੋ, ਇੱਕ ਮੈਂਬਰ ਸਾਹਿਬਾਨ ਨੂੰ ਚੁਣਦੇ ਹੋ, ਤੁਸੀਂ MC ਸਾਹਿਬਾਨ ਨੂੰ ਚੁਣਦੇ ਹੋ, ਤੁਸੀਂ MLA ਨੂੰ ਚੁਣਦੇ ਹੋ, ਜ਼ਿਲ੍ਹਾ ਪਰਿਸ਼ਦ, ਬਲਾਕ ਸੰਮਤੀ, ਮੈਂਬਰ ਪਾਰਲੀਮੈਂਟ ਨੂੰ। ਇਹ ਸਾਰੇ ਬੰਦੇ ਰਿਸਪੋਂਸੀਬਲ ਨੇ ਉਸ ਕੌਂਸਟੀਚੁਐਂਸੀ ਦਾ, ਉਸ ਪਰਟੀਕੂਲਰ ਜਗ੍ਹਾ ਦਾ ਜਿੱਥੋਂ ਉਹਨਾਂ ਨੇ ਜਿੱਤੇ ਹੁੰਦੇ ਨੇ ਉਹ। ਅਤੇ ਧੂਰੀ ਮੈਂਬਰ ਪਾਰਲੀਮੈਂਟ ਸੰਗਰੂਰ ਦਾ ਹਿੱਸਾ ਜੀ, ਅਤੇ ਮੈਂ ਇੱਥੇ 5 ਸਾਲ ਬਤੌਰ MLA ਕੰਮ ਕਰਿਆ, ਉਹਨਾਂ ਨੇ 8 ਸਾਲ, ਦੂਸਰੀ ਟਰਮ ਉਹਨਾਂ ਦੀ ਚੱਲ ਰਹੀ ਹੈ, ਉਹਨਾਂ ਨੇ ਬਤੌਰ ਮੈਂਬਰ ਪਾਰਲੀਮੈਂਟ ਆਪਦੀਆਂ ਜਿਹੜੀ ਕੰਮ ਕਰਿਆ। ਸੋ ਦੋਨਾਂ ਦੇ ਕੰਮਾਂ ਨੂੰ ਲੈ ਕੇ ਕਿ ਮੈਂ ਕੀ ਕੰਮ ਵੱਧ ਕਰੇ ਨੇ ਅਤੇ ਉਹਨਾਂ ਨੇ ਕਿਹੜੇ ਕੰਮ ਨਹੀਂ ਕਰੇ, ਇਹ ਚੀਜ਼ ਦੇ ਉੱਪਰ ਲੜਾਈ ਹੈ ਜੀ। ਇਹ ਦੋ ਵੱਡੇ ਦ੍ਰਿਸ਼ ਦੇਖੇ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਤਰਫੋਂ ਦੇਖਦੇ ਕਿ ਧੂਰੀ ਤੋਂ ਆਮ ਆਦਮੀ ਪਾਰਟੀ ਦੇ ਭਗਵੰਤ ਸਿੰਘ ਮਾਨ ਜਿੱਤਦੇ ਤਾਂ CM ਬਣਨਗੇ ਪੰਜਾਬ ਦੇ। ਜੇਕਰ ਤੁਹਾਡੀ ਕਿਸਮਤ ਦੇ ਵਿੱਚ ਲੋਕ ਇਸ ਹਲਕੇ ਦੀ ਦੁਬਾਰਾ ਨੁਮਾਇੰਦਗੀ ਲਿਖਦੇ ਨੇ ਤਾਂ ਇੱਕ ਤਸਵੀਰ ਇੱਦਾਂ ਦੀ ਵੀ ਬਣ ਰਹੀ ਆ ਕਿ ਜੇ ਕਾਂਗਰਸ ਦੀ ਸਰਕਾਰ ਬਣਦੀ ਆ ਤੇ ਦਲਵੀਰ ਗੋਲਡੀ ਬਹੁਤ ਵਧੀਆ ਮਹਿਕਮਾ ਲੈ ਕੇ ਕੈਬਨਿਟ ਮੰਤਰੀ ਬਣਨਗੇ। ਹਾਂਜੀ ਹਾਂ, ਬਿਲਕੁਲ। ਦੇਖੋ, ਇੱਕ ਫਾਈਟ ਸਿੱਧਮ ਸਿੱਧੀ ਹੈ ਜੀ ਇਹਦੇ 'ਚ, ਅਤੇ ਬਿਲਕੁਲ ਸੁਭਾਵਿਕ ਆ ਵੀ ਇਹ ਚੀਜ਼ ਹੋਣੀ ਆ। ਅਤੇ
ਮੁੱਖ ਮੰਤਰੀ ਕੋਈ ਵੀ ਇਨਸਾਨ ਉਦੋਂ ਬਣਦਾ ਜਦੋਂ ਸਾਰੀਆਂ ਸੀਟਾਂ ਤੇ ਉਹ ਜਿੱਤ ਪ੍ਰਾਪਤ ਕਰਕੇ, ਬਹੁਮਤ ਪ੍ਰਾਪਤ ਕਰਕੇ ਜਿਹੜਾ ਯਾਨੀ ਕਿ ਸਰਕਾਰ ਦੇ ਵਿੱਚ ਆਉਂਦੇ ਨੇ। ਤਾਂ ਇਹ ਚੀਜ਼ ਨੂੰ ਤੁਸੀਂ ਦੇਖ ਸਕਦੇ ਹੋ ਕਿ ਮੈਂ ਇਹ ਨਹੀਂ ਕਿ ਮੈਂ ਇੱਥੇ ਬੈਠ ਕੇ ਗਲਤ ਕਹਿ ਰਿਹਾ, ਤੁਸੀਂ ਇਹ ਚੀਜ਼ ਦੇਖ ਸਕਦੇ ਹੋ ਕਿ ਇਸ ਟਾਈਮ ਜਿਹੜੀ ਫਾਈਟ ਆ ਉਹ ਕਿੰਨੀ ਮੁਸ਼ਕਿਲ ਆ ਅਤੇ ਕਿੰਨੀ ਜ਼ਬਰਦਸਤ ਆ। ਅਤੇ ਮੈਂ ਇੱਕ ਚੀਜ਼ ਚਾਹਣਾ ਕਿ ਉਹਨਾਂ ਕੋਲ ਇਸ ਟਾਈਮ 2 ਅਹੁਦੇ ਨੇ ਜੀ। ਇੱਕ ਤਾਂ ਉਹ ਮੈਂਬਰ ਪਾਰਲੀਮੈਂਟ ਨੇ ਸੰਗਰੂਰ ਤੋਂ, ਅਤੇ ਉਰੋਂ ਉਹ MLA ਲੜ ਰਹੇ ਨੇ। ਕਿਉਂ ਆਪਾਂ ਜਿਮਣੀ ਚੋਣ ਦਾ ਬੋਝ ਕਿਸੇ ਤੇ ਪਾਉਣਾ? ਕਿਉਂ ਜਿਮਣੀ ਚੋਣ ਦਾ ਬੋਝ ਕਿਸੇ ਤੇ ਪਾਉਣਾ? ਉਹ ਅਸਤੀਫਾ ਦੇਣ ਮੈਂਬਰ ਪਾਰਲੀਮੈਂਟ ਤੋਂ, ਅਤੇ ਇੱਥੇ ਧੂਰੀ ਦੀ ਚੋਣ ਆ ਜਿਹੜੀ ਉਹ ਲੜਨ। ਕਿਉਂਕਿ ਸੁਭਾਵਿਕ ਜੀ ਗੱਲ ਆ ਇਹਦੇ 'ਚ ਵੀ ਜੇ ਸਪੋਜ਼ ਕਰੋ ਮੈਂਬਰ ਪਾਰਲੀਮੈਂਟ ਜੇ ਉਹ ਉਰੋਂ MLA ਨਹੀਂ ਬਣਦੇ ਤਾਂ ਉਹਨਾਂ ਕੋਲ ਤਾਂ ਮੈਂਬਰ ਪਾਰਲੀਮੈਂਟ ਹੈਗਾ, ਠੀਕ ਹੈ ਨਾ। ਜੇ 1% ਕੋਈ ਰਿਜ਼ਲਟ ਦੇ ਵਿੱਚ ਉਹ ਹੁੰਦੀ ਹੈ, ਸਪੋਜ਼ ਕਰੋ ਉਹ MLA ਬਣਦੇ ਨੇ, ਤਾਂ ਫਿਰ ਲੋਕ ਸਭਾ ਲਈ ਜਿਮਣੀ ਚੋਣ ਹੋਊਗੀ। ਦੋਨਾਂ 'ਚੋਂ ਇੱਕ ਚੀਜ਼ ਤੁਸੀਂ ਉਹ ਕਰੋਗੇ। ਨਹੀਂ ਫਿਰ ਤੁਸੀਂ ਜੇ ਸਰਕਾਰ ਨਹੀਂ ਬਣਦੀ, ਉਹ MLA ਉਰੋਂ ਬਣਦੇ ਨੇ, ਤਾਂ MLA ਨਾਲ ਦੀ ਨਾਲ ਰਿਜ਼ਾਈਨ ਕਰ ਦੇਣਗੇ ਕਿਉਂਕਿ ਉਹ ਮੈਂਬਰ ਪਾਰਲੀਮੈਂਟ 'ਚ ਕੰਮ ਕਰਨਾ ਚਾਹੁੰਦੇ ਨੇ। ਸੋ ਇਹ ਚੀਜ਼ ਕਲੈਰਿਟੀ ਉਹਨਾਂ ਨੂੰ ਕਰਨੀ ਚਾਹੀਦੀ ਹੈ। ਇਹ ਚੀਜ਼ ਦੇ ਉੱਤੇ ਆਪਾਂ ਲੋਕਾਂ ਦੇ ਉੱਪਰ ਕਿਉਂ ਬੋਝ ਪਾਈਏ? ਜਿਹੜੀਆਂ ਹਰੇਕ 6 ਮਹੀਨੇ ਬਾਅਦ ਚੋਣਾਂ ਆ ਜਾਂਦੀਆਂ ਨੇ, ਆਪਾਂ ਨੂੰ ਉਹਦੇ 'ਤੇ ਕੰਮ ਕਰਨਾ ਚਾਹੀਦਾ, ਠੀਕ ਹੈ ਨਾ। ਅਤੇ ਇੱਥੇ ਹੁਣ ਜਿਹੜਾ ਮਾਹੌਲ ਬਣਿਆ ਹੋਇਆ ਸਾਡੇ ਧੂਰੀ ਦਾ ਸਾਡੇ ਸ਼ਹਿਰ ਦਾ, ਮੈਂ ਤਾਂ ਇਹ ਕਹਿ ਰਿਹਾ ਕਿ ਸਾਰੇ ਲੋਕਾਂ ਦਾ ਇੰਨਾ ਪਿਆਰ ਅਤੇ ਸਤਿਕਾਰ, ਮੈਨੂੰ ਲੱਗਦਾ ਕਿ ਜੇ ਕੋਈ ਆਮ ਬੰਦਾ ਮੇਰੇ ਸਾਹਮਣੇ ਲੜਦਾ ਤਾਂ ਸ਼ਾਇਦ ਇੰਨਾ ਪਿਆਰ ਜਾਂ ਸਤਿਕਾਰ ਮੇਰੇ ਹਿੱਸੇ ਨਹੀਂ ਸੀ ਆਉਣਾ ਜਿੰਨਾ ਹੁਣ ਆ ਰਿਹਾ ਜੀ। ਬਾਹਰੋਂ ਵੀ ਮੇਰੇ ਜਿੰਨੇ ਭੈਣ ਭਰਾ NRI ਭਰਾ ਨੇ, ਤਾਂ ਜਿੰਨੇ ਮੇਰੇ ਨਾਲ ਯੂਨੀਵਰਸਿਟੀ ਪੜ੍ਹੇ ਹੋਏ ਨੇ, ਤਾਂ ਜਿੰਨਾ ਵੀ ਇੰਨੀਆਂ ਦੁਆਵਾਂ ਅਤੇ ਇੰਨਾ ਪਿਆਰ ਮਿਲ ਰਿਹਾ, ਅਤੇ ਗੁਰੂ ਮਹਾਰਾਜ ਦਾ ਇਸੇ ਚੀਜ਼ ਦਾ ਧੰਨਵਾਦ ਕਰਦੇ ਹਾਂ ਕਿ ਇੱਕ ਲੀਡਰ ਨੂੰ ਦੇਖੋ, ਨਹੀਂ ਤਾਂ ਲੋਕ ਪੁੱਠਾ ਸਿੱਧਾ ਹੀ ਬੋਲਦੇ ਨੇ, ਅਤੇ ਮੇਰੇ ਲਈ ਇੰਨਾ ਪਿਆਰ ਆ ਤਾਂ ਇਹ ਗੁਰੂ ਮਹਾਰਾਜ ਦੀ ਰਜ਼ਾ ਜੀ। ਆਪਾਂ ਇੱਕ ਦੇਖਦੇ ਹਾਂ ਕਿ ਸਾਡਾ ਸਿਆਸਤ ਦਾ ਕਿਤੇ ਨਾ ਕਿਤੇ ਜਿਹੜੀਆਂ ਜ਼ਿੰਮੇਵਾਰੀਆਂ ਸਾਡੀਆਂ ਸਿਆਸਤ ਪ੍ਰਤੀ ਬਣਦੀਆਂ ਸੀ, ਉਹਦੇ ਵਿੱਚ ਨਿਘਾਰ ਪਿਛਲੇ ਸਮੇਂ 'ਚ ਆਇਆ। ਜਿਵੇਂ ਕਿ ਪਿਛਲੇ ਦਿਨੀ ਤੁਹਾਡੇ ਧਰਮ ਪਤਨੀ ਜਾਂਦੇ ਨੇ ਪਿੰਡਾਂ ਦੇ ਵਿੱਚ, ਅਤੇ ਉੱਥੇ ਜਾ ਕੇ ਆਮ ਆਦਮੀ ਪਾਰਟੀ ਦੇ ਕੁਝ ਵਰਕਰਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ। ਇਹ ਜਿਹੜੀ ਪਿਰਤ ਆ, ਹਰ ਕਾਨੂੰਨ ਜਿਹੜਾ ਹੈਗਾ ਆ ਆਪਣੀ ਗੱਲ ਕਹਿਣ ਦਾ ਲੋਕਤੰਤਰ ਵਿੱਚ ਹੱਕ ਆ, ਜਿਹੜਾ ਇਸ ਤਰ੍ਹਾਂ ਕਿਸ ਦਾ ਵਿਰੋਧ ਕਰਨਾ, ਇਹ ਤੁਸੀਂ ਵਾਜਬ ਸਮਝਦੇ ਹੋ? ਇਹ ਦੇਖੋ ਜੀ, ਜੇ ਇਹਨੂੰ ਆਪਾਂ ਡੈਮੋਕ੍ਰੇਸੀ ਫੈਸਟੀਵਲ ਕਹਿੰਦੇ ਆ ਇਲੈਕਸ਼ਨਸ ਨੂੰ, ਅਤੇ ਆਪਾਂ ਇੱਕ ਤਿਉਹਾਰ ਆ ਇਹ। ਜਿਵੇਂ ਅਸੀਂ ਯੂਨੀਵਰਸਿਟੀ ਇਹ ਚੀਜ਼ ਨੂੰ ਹਮੇਸ਼ਾ ਹੀ ਜਦੋਂ ਮੈਂ ਸੰਬੋਧਨ ਕਰਦਾ ਸੀ ਤਾਂ ਸਭ ਤੋਂ ਪਹਿਲਾਂ ਇੱਕ ਚੀਜ਼ ਕਹਿੰਦਾ ਸੀ ਵੀ ਇਹ ਤਿਉਹਾਰ ਵਾਂਗੂ ਇਹਨੂੰ ਸੈਲੀਬ੍ਰੇਟ ਕਰੋ। ਇਹਦੇ 'ਤੇ ਯਾਨੀ ਕਿ ਕੋਈ ਕਿਸੇ 'ਤੇ ਕਿਚੜ ਸਿੱਟ ਕੇ ਗੱਲ ਨਹੀਂ ਬਣਦੀ ਹੈਗੀ ਵੀ ਤੁਸੀਂ ਮਾੜਾ ਚੰਗਾ ਬੋਲੋ। ਤੁਸੀਂ ਬਲੀਵ ਨਹੀਂ ਕਰਨਾ ਕਿ ਤੁਸੀਂ ਫੇਸਬੁੱਕ 'ਤੇ ਤੁਸੀਂ ਕਮੈਂਟ ਪੜ੍ਹੋਗੇ, ਇੰਨੀ ਭੱਦਾਵਲੀ ਸ਼ਬਦਾਵਲੀ ਇਹ ਵਰਤਦੇ ਨੇ, ਕਿਉਂਕਿ ਦੇਖੋ ਇਹਨਾਂ ਕੋਲੇ ਤਾਂ ਬਹੁਤ ਤਾਮਝਾਮ ਹੈਗਾ ਜੀ, ਬਹੁਤ ਪੈਸਾ ਹੈਗਾ ਇਹਨਾਂ ਕੋਲੇ। ਇਹ ਉਸ ਤਰੀਕੇ ਨਾਲ ਆਪਦੇ IT ਸੈੱਲ, ਉਹਨਾਂ ਨੂੰ ਜਿਹੜੇ ਉਹ ਇਹਨਾਂ ਦੇ ਕਮੈਂਟ ਲਿਖਦੇ ਨੇ, ਉਹਨਾਂ ਨੂੰ ਕਿਸੇ ਭਾਈ ਭੈਣ ਨਾਲ ਪਿਆਰ ਥੋੜ੍ਹੀ ਹੈ ਜੀ। ਉਹ ਕਿਤੇ ਇਹ ਤਾਂ ਨਹੀਂ ਦੇਖ ਰਹੇ ਵੀ ਇਹ ਬੱਚੇ 'ਤੇ ਕਿਸੇ 'ਤੇ ਕੀ ਨੈਗੇਟਿਵ ਇਹਦਾ ਇੰਪੈਕਟ ਪੈਂਦਾ ਹੋਊਗਾ। ਹੁਣ ਮੇਰੀ IT ਸੈੱਲ ਕੌਣ ਆ ਜੀ? ਮੇਰੇ ਤਾਂ ਭੈਣ ਭਰਾ ਨੇ, ਮੇਰੇ ਭਤੀਜੇ ਨੇ, ਮੇਰੀਆਂ ਭਾਣਜੀਆਂ ਨੇ, ਮੇਰੇ ਭਾਣਜੇ ਨੇ, ਮੇਰਾ ਬੇਟਾ ਜੀ। ਜਦੋਂ ਉਹ ਦੇਖਦੇ ਨੇ, ਉਹ ਇਹਨਾਂ ਦਾ ਚਿਹਰਾ ਉਹਨਾਂ ਦੇ ਸਾਹਮਣੇ ਆਉਂਦਾ ਹੋਊਗਾ ਵੀ ਇਹ ਕਿੰਨੇ ਗਲਤ ਤਰੀਕੇ ਨਾਲ, ਅਤੇ ਇਹ ਬੰਦੇ ਕਦੋਂ ਚੁਣਨਗੇ ਜੀ ਉਹ ਜਿਹੇ ਬੰਦੇ ਨੂੰ ਜਿਹੜੇ ਗਾਲਾਂ ਲਿਖਦੇ ਹੋਣ ਜੀ, ਮਾੜੀਆਂ ਗੱਲਾਂ ਕਰਦੇ ਹੋਣ ਜੀ, ਲੇਡੀਜ਼ ਦਾ, ਭੈਣਾਂ ਦਾ, ਭਰਾਵਾਂ ਦਾ। ਆਪਣੇ ਪੰਜਾਬੀਅਤ 'ਚ ਤਾਂ ਇਹ ਚੀਜ਼ ਹੈ ਹੀ ਨਹੀਂ ਜੀ। ਆਪਾਂ ਤਾਂ ਬਹੁਤ ਸਤਿਕਾਰ ਕਰਨ ਵਾਲੇ ਬੰਦੇ ਆ ਆਪਣੇ, ਤਾਂ ਕੋਈ ਯਾਨੀ ਕਿ ਆਪਾਂ ਕਿਸੇ ਨੂੰ ਵੀ ਮਾੜਾ ਕਹਿਣਾ ਡਿਫਰੈਂਟ ਗੱਲ ਆ ਜੀ। ਮੈਨੂੰ ਕਹੋ ਤੁਸੀਂ ਮਾੜਾ, ਕੋਈ ਦਿੱਕਤ ਵਾਲੀ ਗੱਲ ਨਹੀਂ, ਮੈਂ ਫੀਲਡ ਦੇ ਵਿੱਚ ਆ, ਪਰ ਮੇਰੇ ਬੱਚੇ, ਮੇਰੀ ਫੈਮਿਲੀ, ਇਹ ਚੀਜ਼ਾਂ ਇੰਨੀ ਕੁ ਜ਼ਿਆਦਾ ਨਿਘਾਰ ਆ ਚੁੱਕਿਆ। ਤੁਸੀਂ ਕਿਵੇਂ ਇਹ ਚੀਜ਼ ਨੂੰ, ਅਸੀਂ ਤਾਂ ਯੂਨੀਵਰਸਿਟੀ ਦੇ ਲੀਡਰ ਹਾਂ ਜੀ, ਅਸੀਂ ਤਾਂ ਨਹੀਂ ਇਹੀ ਜੀ ਕੋਈ ਚੀਜ਼ ਕਰਨੀ ਹੈਗੀ। ਅਸੀਂ ਤਾਂ ਬੜੇ ਵਧੀਆ ਤਰੀਕੇ ਨਾਲ ਇਲੈਕਸ਼ਨ ਲੜਨੀ ਆ, ਨਾ ਕਿਸੇ ਨੂੰ ਚੰਗਾ ਕਹਿਣਾ ਨਾ ਮਾੜਾ ਕਹਿਣਾ। ਮੈਂ ਤਾਂ ਕਹਿਣਾ ਜੀ, ਕਿਸੇ ਵੀ ਪਿੰਡ ਦੇ ਵਿੱਚ, ਕਿਸੇ ਵੀ ਵਾਰਡ ਦੇ ਵਿੱਚ ਜਗ੍ਹਾ ਵੀ ਆਮ ਆਦਮੀ ਵਾਲਿਆਂ ਦੀ, ਠੀਕ ਹੈ ਨਾ, ਅਤੇ ਟਾਈਮ ਵੀ ਆਮ ਆਦਮੀ ਵਾਲਿਆਂ ਦਾ, ਅਤੇ ਪਿੰਡ ਵੀ ਉਹ ਚੂਜ਼ ਕਰ ਲੈਣ, ਅਤੇ ਸ਼ਹਿਰ ਵੀ ਉਹ ਚੂਜ਼ ਕਰ ਲੈਣ। ਉਹ ਆਪਦੇ ਕੰਮ ਗਿਣਾਉਣ, ਇੱਧਰੋਂ ਮੈਂ ਆਪਦੇ ਕੰਮ ਲੈ ਕੇ ਜਾਊਂਗਾ, ਲੋਕਾਂ ਦੀ ਕਚਹਿਰੀ 'ਚ ਲੋਕਾਂ ਨੂੰ ਕਲੀਅਰ ਹੋ ਜਾਊਗਾ ਵੀ ਕਿਹਨੇ ਕੰਮ ਕਰੇ ਨੇ ਜਾਂ ਕਿਹਨੇ ਨਹੀਂ ਕਰੇ। ਉਹੀ ਚੀਜ਼ ਤੋਂ ਭੱਜ ਰਹੇ ਨੇ। ਕਿਉਂ ਭੱਜ ਰਹੇ ਨੇ? ਕਿਉਂਕਿ ਉਹ ਹਮੇਸ਼ਾ ਹੀ ਐਬਸੈਂਟ ਰਹੇ ਨੇ। ਉਹ ਸਿਰਫ 2 ਵਾਰ ਆਏ ਨੇ, ਇੱਕ ਵਾਰ 2014 ਦੀਆਂ ਵੋਟਾਂ ਵੇਲੇ ਅਤੇ ਇੱਕ 2019 ਦੀਆਂ ਵੋਟਾਂ ਵੇਲੇ। ਕੀ ਉਸ ਤੋਂ ਬਾਅਦ ਆਪਣਾ ਕੋਈ ਫਰਜ਼ ਨਹੀਂ ਬਣਦਾ? ਲੱਖਾਂ ਲੋਕ ਆਪਾਂ ਨੂੰ ਵੋਟ ਪਾਉਂਦੇ ਨੇ, ਆਪਾਂ ਉਹਨਾਂ ਦੇ ਦੁੱਖ ਦਰਦ 'ਚ ਸ਼ਰੀਕ ਹੋਈਏ, ਆਪਾਂ ਕੋਈ ਉਹਨਾਂ ਦਾ ਕੋਈ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਨੇ, ਕਿਸੇ ਦੇ ਘਰੇ ਪਾਣੀ ਨਹੀਂ ਪਹੁੰਚ ਰਿਹਾ, ਕਿਸੇ ਦੀ ਕੋਈ ਸੜਕ ਟੁੱਟੀ ਹੋਈ ਆ, ਕੋਈ ਨੌਜਵਾਨਾਂ ਨੂੰ ਗਰਾਊਂਡ ਚਾਹੀਦੇ ਨੇ। ਹੁਣ ਭਾਜੀ ਫੌਜ ਅਤੇ ਪੁਲਿਸ ਦੀਆਂ ਭਰਤੀਆਂ ਹੁੰਦੀਆਂ ਨੇ। ਮੈਂ ਇੱਕ ਦਿਨ ਸਵੇਰੇ ਗੁਰੂ ਮਹਾਰਾਜ ਦੇ ਇੱਥੇ ਸਾਡੇ ਮੁਲਵਾਲ ਸਾਹਿਬ 9ਵੇਂ 10ਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਆ, ਅਤੇ ਨਾਲ ਹੀ ਸ਼ਿਵ ਮੰਦਰ ਰਣੀ ਗਿਆ।
ਸਾਡਾ ਰੁਝਾਨ ਆ ਜੀ, ਅਸੀਂ ਹਰ ਮੰਥ ਉੱਥੇ ਯਾਨੀ ਕਿ ਸਵੇਰੇ ਤੁਰ ਪੈਦਲ ਜਾਣਾ ਹੀ ਹੁੰਦਾ ਜੀ। ਤਾਂ ਉੱਥੋਂ ਅਸੀਂ ਜਦੋਂ ਆ ਰਹੇ ਸੀ ਤਾਂ ਬੱਚੇ ਸੜਕ ਤੇ ਭੱਜ ਰਹੇ ਸੀ, ਤੇ ਮੈਨੂੰ ਲੱਗਿਆ ਕਿ ਯਾਰ ਬੜੀ ਗਲਤ ਚੀਜ਼ ਆ। ਉਹ ਕਹਿੰਦੇ 400 ਮੀਟਰ ਦੇ ਟਰੈਕ ਆਪਣੇ ਇੱਥੇ ਹੈ ਨਹੀਂ। ਤਾਂ ਉਸ ਤੋਂ ਬਾਅਦ ਹੀ ਅੱਜ ਵੀਰ ਜੀ ਦੇਸ਼ ਭਗਤ ਕਾਲਜ ਦੇ ਵਿੱਚ 400 ਮੀਟਰ ਦਾ ਸਿੰਡਰ ਟਰੈਕ ਬਣਾਇਆ ਤਾਂ ਕਿ ਫੌਜ ਦੀ ਭਰਤੀ ਦੇਖ ਸਕਣ ਬੱਚੇ, ਤੇ ਰਾਜੋ ਮਾਜਰੇ ਪਿੰਡ, ਠੀਕ ਹੈ ਨਾ। ਮੈਂ ਉਹ ਚੀਜ਼ ਫੇਸ ਕਰੀ। ਮੈਂ ਉਹਨੂੰ ਪੁੱਛਿਆ ਵੀ, ਉਹ ਕਹਿੰਦੇ ਸੜਕ ਤੇ ਭੱਜ ਕੇ ਨਾ ਫਿਰ ਅਸੀਂ ਕੰਪੀਟ ਨਹੀਂ ਕਰ ਪਾਉਂਦੇ ਉੱਥੇ, ਜਦੋਂ ਕੰਪੀਟੀਸ਼ਨ ਸਾਡਾ ਹੁੰਦਾ ਅਸੀਂ ਉੱਥੇ ਪਰਫਾਰਮੈਂਸ ਨਹੀਂ ਦੇ ਸਕਦੇ। ਤਾਂ ਮੈਂ ਉਹਨਾਂ ਦੇ ਦੁੱਖ ਦਰਦ ਨੂੰ ਸਮਝਿਆ ਤੇ ਅੱਜ ਗਰਾਊਂਡ ਬਣਾਤੇ। ਗਰਾਊਂਡ ਤੇ ਗਏ ਤਾਂ ਹੀ ਪਤਾ ਹਾਂਜੀ ਹਾਂ, ਤਾਂ ਹੀ ਪਤਾ ਲੱਗਦਾ ਜਦੋਂ ਤੁਸੀਂ ਵਿਚਰਦੇ ਹੀ ਨਹੀਂ ਹੈਗੇ, ਜਦੋਂ ਤੁਸੀਂ ਸਕਾਈਪ 'ਤੇ ਬੈਠ ਕੇ ਗੱਲਾਂ ਕਰਨੀਆਂ ਨੇ, ਤਾਂ ਮੈਨੂੰ ਲੱਗਦਾ ਵੀ ਫਿਰ ਤੁਸੀਂ ਰਿਐਲਿਟੀ ਤੋਂ ਕੋਹਾਂ ਦੂਰ ਹੁੰਦੇ ਹੋ, ਰਿਐਲਿਟੀ ਨਹੀਂ ਤੁਹਾਨੂੰ ਦਿਖਦੀ ਹੈਗੀ। ਮੈਂ ਹੁਣ ਸਾਡੇ 74 ਪਿੰਡ ਨੇ ਜੀ, 74 ਪਿੰਡਾਂ ਦੇ ਵਿੱਚ ਸਭ ਤੋਂ ਮਕਬੂਲੀਅਤ ਖੇਡ ਸਾਡੀ ਇਸ ਟਾਈਮ ਦੀ ਜਿਹੜੀ ਇੱਧਰ ਸਾਡੇ ਮਾਲਵੇ 'ਚ, ਜਿਵੇਂ ਪਹਿਲਾਂ ਕਬੱਡੀ ਹੁੰਦੀ ਸੀ ਨਾ, ਹੁਣ ਸ਼ੂਟਿੰਗ ਵਾਲੀਬਾਲ ਦਾ ਰੁਝਾਨ ਬਹੁਤ ਜ਼ਿਆਦਾ ਆ। ਇਹਦੇ 'ਚ ਕੋਈ ਉਮਰ ਦਾ ਹਿਸਾਬ ਨਹੀਂ ਹੈਗਾ, ਇਹਦੇ 'ਚ ਕੋਈ ਛੋਟਾ ਵੀ ਖੇਡ ਸਕਦਾ, ਵੱਡਾ ਵੀ ਖੇਡ ਸਕਦਾ। ਮੈਂ 57 ਪਿੰਡਾਂ ਦੇ ਵਿੱਚ ਗਰਾਊਂਡ ਬਣਾਏ ਨੇ ਬਾਈ ਜੀ, 57 ਪਿੰਡਾਂ ਦੇ ਵਿੱਚ ਹਰ ਰੋਜ਼ ਸ਼ਾਮ ਨੂੰ 35 ਤੋਂ 40 ਨੌਜਵਾਨ ਉੱਥੇ ਖੇਡਦੇ ਨੇ ਲਾਈਟਾਂ ਲਾ ਕੇ। ਤੁਸੀਂ ਦੱਸੋ ਵੀ ਨਸ਼ੇ ਦੀ ਦਲਦਲ 'ਚੋਂ ਕੱਢਣ ਦਾ ਇਹ ਇੱਕ ਕਿੱਡਾ ਵਧੀਆ ਤਰੀਕਾ। ਸ਼ਾਮ ਨੂੰ ਜਿਹੜੇ ਨੌਜਵਾਨ ਖੇਡਦੇ ਨੇ ਉਹ ਇਹੀ ਜਿਹੀ ਚੀਜ਼ 'ਚ ਪੈਣਗੇ ਹੀ ਨਹੀਂ, ਉਹਨਾਂ ਨੂੰ ਰਾਹ ਦਿਖਾਉਣਾ ਪਊਗਾ। ਜੇ ਆਪਾਂ ਟੀਵੀ ਤੇ ਬੈਠੇ ਗੱਲਾਂ ਕਰੀ ਜਾਈਏ ਵੀ ਨਸ਼ਾ ਬਹੁਤ ਆ ਜੀ, ਨਸ਼ਾ ਬਹੁਤ ਆ, ਐਂ ਤਾਂ ਨਹੀਂ ਨਸ਼ਾ ਦੂਰ ਹੋਣਾ, ਤੁਹਾਨੂੰ ਬਦਲ ਦੇਣਾ ਪਊਗਾ। ਤੇ ਸਪੋਰਟਸਮੈਨ ਹੁੰਦਾ ਜਿਹੜਾ, ਉਹ ਅੱਜ ਗਰਾਊਂਡ ਦੇ ਵਿੱਚ ਖੇਡ ਰਿਹਾ, ਉਹ 4 ਬੱਚਿਆਂ ਨੂੰ ਇਨਸਪਾਇਰ ਕਰੂਗਾ, ਤੇ ਉਹ ਦੂਸਰੇ ਬੱਚੇ ਉਹਨੂੰ ਦੇਖ ਕੇ ਉੱਥੇ ਗਰਾਊਂਡ ਨਾਲ ਟੱਚ ਹੋਣਗੇ। ਉਹ ਕਹਿਣਗੇ ਵੀ ਕੱਲ੍ਹ ਨੂੰ ਅਸੀਂ ਵੀ ਆਪਦੀ ਡਾਈਟ ਪ੍ਰੋਪਰ ਲਈਏ, ਅਸੀਂ ਵੀ ਡੰਡ ਮਾਰੀਏ, ਤਾਂ ਕਿ ਅਸੀਂ ਵੀ ਗਰਾਊਂਡ ਦੇ ਵਿੱਚ ਆ ਜਿਹੜੀ ਪਰਫਾਰਮੈਂਸ ਵਧੀਆ ਦੀ ਹੈ। ਮੇਰੇ ਇਹ ਤਰੀਕੇ ਨੇ, ਮੈਂ ਇਸ ਤਰੀਕੇ ਨਾਲ ਕੰਮ ਕਰਨਾ ਚਾਹੁੰਦਾ। ਸਾਡੇ ਯੂਨੀਵਰਸਿਟੀ ਕਾਲਜ ਬੇਨੜਾ ਸੀਗਾ ਜੀ, ਜਦੋਂ ਮੈਨੂੰ MLA ਬਣਨ ਦਾ ਮੌਕਾ ਮਿਲਿਆ, ਤਾਂ ਜਦੋਂ ਮੈਂ ਉੱਥੇ ਪਹਿਲੇ ਫੰਕਸ਼ਨ 'ਤੇ ਗਿਆ, ਉੱਥੇ 200-250 ਸਟੂਡੈਂਟ ਸੀਗਾ, ਉਹ ਵੀ ਸਿਰਫ BA ਕੋਰਸਿਸ ਸੀਗੇ। ਮੈਂ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰੀ, ਹੁਣ ਉਹ ਰਿਟਾਇਰ ਹੋ ਗਏ। ਉਹ ਕਹਿੰਦੇ ਵੀ ਬੇਟਾ ਵੀ ਤੂੰ ਤਾਂ ਯੂਨੀਵਰਸਿਟੀ ਨਾਲ ਟੱਚ ਆ, ਵੀ ਇੱਥੇ ਕੋਰਸਿਸ ਨਹੀਂ ਸਾਡੇ ਕੋਲ ਇਹੋ ਜਿਹੇ ਹੈਗੇ। ਅੱਜ ਭਾਜੀ ਸਾਰੇ ਕੋਰਸਿਸ ਨੇ ਉੱਥੇ A to Z, ਤੇ ਅੱਜ 1800 ਸਟਰੈਂਥ ਆ ਸਾਡੇ ਕਾਲਜ ਦੀ। 2 ਸਾਲ ਤਾਂ ਕੋਵਿਡ ਕਰਕੇ ਹੀ ਖਰਾਬ ਹੋ ਗਏ ਸਾਡੇ, 3 ਸਾਲਾਂ ਦੇ ਵਿੱਚ 1800 ਸਟੂਡੈਂਟ। ਦੇਖੋ ਕਿੰਨੇ ਬੱਚਿਆਂ ਦਾ ਭਲਾ ਹੋਇਆ, ਜਿਹੜੇ ਪਹਿਲਾਂ ਬੱਚੇ ਮਲੇਰਕੋਟਲੇ ਜਾਂਦੇ ਸੀ, ਪਟਿਆਲੇ ਜਾਂਦੇ ਸੀ, ਸੰਗਰੂਰ ਜਾਂਦੇ ਸੀ, ਅੱਜ ਉਹਨਾਂ ਨੂੰ ਇੱਥੇ ਮੌਕਾ ਮਿਲਿਆ। ਤੇ ਉਸ ਤੋਂ ਬਾਅਦ ਇੱਥੋਂ ਬੱਚੀਆਂ ਸਾਡੀਆਂ ਤੁਰ ਕੇ ਜਾਂਦੀਆਂ ਸੀਗੀਆਂ 2.5 ਕਿਲੋਮੀਟਰ ਕਾਲਜ ਤੱਕ। ਫਿਰ ਉਹਨਾਂ ਲਈ ਸਾਡੀ ਫਾਊਂਡੇਸ਼ਨ ਆ, ਅਸੀਂ ਫ੍ਰੀ ਆਫ ਕਾਸਟ ਇੱਕ ਬੱਸ ਚਲਾਈ ਤਾਂ ਕਿ ਬੱਚੀਆਂ ਨੂੰ ਕੋਈ ਪ੍ਰੋਬਲਮ ਨਾ ਆਵੇ। 2 ਮੈਂ ਐਂਬੂਲੈਂਸਾਂ ਵਿਦ ਆਕਸੀਜਨ, ਜਦੋਂ ਆ ਪਿੱਛੇ ਜੇ ਆਕਸੀਜਨ ਦੀ ਘਾਟ ਪਈ ਆ, ਠੀਕ ਹੈ ਨਾ, 2 ਮੇਰੀਆਂ ਫ੍ਰੀ ਆਫ ਕਾਸਟ ਅੱਜ ਵੀ ਚੱਲ ਰਹੀਆਂ ਨੇ, ਤੁਸੀਂ ਦੇਖ ਸਕਦੇ ਹੋ ਇਹ ਚੀਜ਼ ਨੂੰ, ਠੀਕ ਹੈ ਨਾ। ਕਿੰਨੀ ਮੈਂ ਅੱਖਾਂ ਦੇ ਆਪਰੇਸ਼ਨ ਦੇ ਫ੍ਰੀ ਆਫ ਕਾਸਟ ਕੈਂਪ ਲਾਏ, 18,000 ਮੈਂ ਸਾਡੀਆਂ ਬਜ਼ੁਰਗਾਂ ਦੀਆਂ ਪੈਨਸ਼ਨਾਂ ਲਗਵਾਈਆਂ। ਆ 4 ਲੇਨ ਪ੍ਰੋਜੈਕਟ ਚੱਲ ਰਿਹਾ ਜੀ ਸਾਡੇ, ਇੱਥੋਂ ਟ੍ਰੈਫਿਕ ਬਹੁਤ ਸੀਗੀ। ਸੋ ਇਹੋ ਜਿਹੇ ਪ੍ਰੋਜੈਕਟ ਮੈਂ ਕਰੇ ਨੇ ਜਿਹੜੇ ਲੋਕਾਂ ਨੂੰ ਸਿੱਧੇ ਯਾਨੀ ਕਿ ਲੋਕਾਂ ਲਈ ਰਾਹਤ ਦਾ ਸਬੱਬ ਬਣਦੇ ਨੇ। ਤਾਂ ਮੈਂਬਰ ਪਾਰਲੀਮੈਂਟ ਦੀ ਵੀ ਇਹ ਜ਼ਰੂਰੀ, ਉਹ ਇੱਕ ਵੀ ਪ੍ਰੋਜੈਕਟ ਇਹੋ ਜਿਹਾ ਗਿਣਾਵੇ ਜੀ, ਇੱਕ ਵੀ ਗੱਲ ਇਹੀ ਜੀ ਗਿਣਾਵੇ ਉਹ ਵੀ ਉਹਨੇ ਲੋਕਾਂ ਲਈ ਕੋਈ ਚੀਜ਼ ਕਰੀ ਹੋਵੇ ਜੀ। ਗੋਲਡੀ ਜੀ, ਆਪਾਂ ਗੱਲ ਕਰ ਲਈਏ ਜੇ ਹੁਣ ਆਮ ਆਦਮੀ ਪਾਰਟੀ ਤੋਂ ਹਟ ਕੇ ਸ਼੍ਰੋਮਣੀ ਅਕਾਲੀ ਦਲ ਦੀ, ਵੱਡਾ ਗੜ ਰਿਹਾ ਢੀਂਡਸਾ ਪਰਿਵਾਰ ਵੀ ਜਦੋਂ ਅਕਾਲੀ ਦਲ ਸੀਗੇ, ਤੇ ਇਸ ਸੰਗਰੂਰ ਦੀ ਰਾਜਨੀਤੀ ਵਿੱਚ ਉਹਨਾਂ ਦਾ ਲਗਭਗ 35-40 ਸਾਲ 12 ਪੈਰਾ ਰਿਹਾ। ਇਸ ਵੇਲੇ ਪ੍ਰਕਾਸ਼ ਚੰਦ ਗਰਗ ਜੀ ਇੱਥੋਂ ਤੁਹਾਡੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਟਿਕਟ ਲੜ ਰਹੇ ਨੇ, ਤੇ ਸੁਭਾਵਿਕ ਆ ਕਿ ਇਸ ਵਕਤ 3 ਵੱਡੇ ਫਰੰਟ ਨੇ, ਆਮ ਆਦਮੀ ਪਾਰਟੀ, ਕਾਂਗਰਸ ਤੇ ਅਕਾਲੀ ਦਲ। ਕੀ ਅਕਾਲੀ ਦਲ ਦੀ ਰਾਜਨੀਤੀ ਨੂੰ ਤੁਸੀਂ ਮੰਨਦੇ ਹੋ ਕਿ ਸੰਗਰੂਰ ਵਿੱਚ ਦੁਬਾਰਾ ਪੈਰ ਜਮਾ ਸਕਦੀ ਆ, ਜਿਹਦੇ ਪਿੱਛੇ ਬਰਗਾੜੀ ਕਾਂਡ, ਨਸ਼ੇ ਵਾਲੀ ਗੱਲ ਵੀ ਖੜੀ ਆ, ਰੇਤੇ ਦਾ ਮੁੱਦਾ ਵੀ ਖੜਾ ਆ, ਇਹ ਸਾਰੀਆਂ ਗੱਲਾਂ ਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਦੇ ਉਮੀਦਵਾਰ ਦੀ ਇਸ ਧੂਰੀ ਹਲਕੇ ਦੇ ਵਿੱਚ ਦੁਬਾਰਾ ਕੋਈ ਵਾਪਸੀ ਹੋ ਸਕਦੀ? ਦੇਖੋ, ਸਾਡਾ ਜਿਹੜਾ ਹਲਕਾ ਹੈ ਜ਼ਿਆਦਾਤਰ ਅਕਾਲੀ ਦਲ ਦੇ ਹਿੱਸੇ ਹੀ ਰਿਹਾ ਜੀ, ਜ਼ਿਆਦਾ ਜਿਹੜੀਆਂ ਆਪਾਂ ਗੱਲ ਕਰੀਏ। ਪਰ ਇਸ ਵਾਰ ਜਿਹੜੀ ਉਹੀ ਗੱਲ ਫੇਰ ਰਿਪੀਟ ਕਰ ਰਹੇ ਨੇ ਸਾਰੀਆਂ ਪਾਰਟੀਆਂ ਹੀ, ਬਾਹਰੋਂ ਲਿਆ ਕੇ ਉਮੀਦਵਾਰ ਲੜਾ ਰਹੇ ਨੇ। ਕੀ ਸਾਡੀ ਧੂਰੀ ਦੀ ਮਿੱਟੀ 'ਚ ਇੰਨਾ ਦਮ ਹੈ ਨਹੀਂ ਕਿ ਅਸੀਂ ਇੱਥੋਂ ਲੀਡਰ ਪੈਦਾ ਕਰ ਸਕੀਏ? ਕਿਉਂ ਨਹੀਂ ਸਾਡੀਆਂ ਪਾਰਟੀਆਂ ਸਮਝਦੀਆਂ ਵੀ ਜਿਹੜੀ ਜਗ੍ਹਾ 'ਤੇ ਰਹਿੰਦਾ ਤੇ ਉਹਨੂੰ ਉਹ ਏਰੀਏ ਦਾ ਵੱਧ ਪਤਾ ਹੋਊਗਾ, ਠੀਕ ਹੈ ਨਾ ਜੀ। ਉਹ ਵੀ ਉਮੀਦਵਾਰ ਨੇ ਜਿਹੜੇ, ਉਹ ਭਵਾਨੀਗੜ੍ਹ ਤੋਂ ਨੇ, ਖੈਰ ਉਮਰ 'ਚ ਵੱਡੇ ਨੇ ਜੀ, ਮੇਰੀ ਤਾਂ ਫਾਦਰ ਦੀ ਏਜ ਦੇ ਨੇ ਉਹ ਤਾਂ, ਪਰ ਮੈਨੂੰ ਨਹੀਂ ਲੱਗਦਾ ਕਿ ਉਹ ਲੋਕਾਂ ਦੇ ਦਿਲਾਂ 'ਚ ਉਤਰ ਸਕਣਗੇ ਜੀ। ਧੂਰੀ ਹਲਕੇ ਦੀ ਜੇ ਆਪਾਂ ਗੱਲ ਕਰਦੇ ਜਾਂ ਸੰਗਰੂਰ ਜ਼ਿਲ੍ਹੇ ਦੀ ਗੱਲ ਕਰ ਲਈਏ, ਜਿਹਦੇ ਵਿੱਚੋਂ ਬਰਨਾਲਾ ਵੀ ਨਿਕਲ ਗਿਆ, ਮਲੇਰਕੋਟਲਾ ਵੀ ਨਿਕਲ ਗਿਆ, ਪੰਜਾਬ ਦਾ ਕਹਿ ਸਕਦੇ ਕਿ ਇਹ ਇਲੈਕਸ਼ਨਾਂ ਦੌਰਾਨ ਇਤਿਹਾਸ ਰਚਦੇ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਆਪਾਂ ਦੇਖੀਏ। ਤੁਹਾਨੂੰ ਕੀ ਲੱਗਦਾ ਕਿ ਇਸ ਵਾਰ ਸੰਗਰੂਰ ਜ਼ਿਲ੍ਹਾ ਕੋਈ ਆਪਣਾ ਫਿਰ ਦੁਬਾਰਾ ਇਤਿਹਾਸ ਰਚੇਗਾ?
ਬਹੁਤ ਇਤਿਹਾਸ ਤਾਂ ਜੀ ਧੂਰੀ ਸੀਟ ਤੋਂ ਹੀ ਅਸੀਂ ਸ਼ੁਰੂਆਤ ਕਰਾਂਗੇ ਇਤਿਹਾਸ ਰਚਨ ਦੀ। ਅਤੇ ਐਤਕੀ ਸਾਰੇ ਪਾਸੇ ਹੀ ਤੁਸੀਂ ਦੇਖਿਓ, ਪਿਛਲੀ ਵਾਰ ਸਾਨੂੰ ਬਰਨਾਲਾ 'ਚੋਂ ਜ਼ਿਲ੍ਹੇ 'ਚੋਂ ਸੀਟਾਂ ਨਹੀਂ ਸੀ ਮਿਲੀਆਂ, ਐਤਕੀ ਉਹ ਸੀਟਾਂ ਵੀ ਸਾਡੀ ਝੋਲੀ 'ਚ ਪੈਣਗੀਆਂ ਕਿਉਂਕਿ ਕੰਮ ਬਹੁਤ ਕਰੇ ਨੇ ਹਰ ਇੱਕ ਜਗ੍ਹਾ ਦੇ ਉੱਪਰ ਹੀ। ਸੋ ਇਹ ਜਿਹੜੀਆਂ ਬਾਕੀ ਤਾਂ ਲੋਕਾਂ 'ਤੇ ਡਿਪੈਂਡ ਕਰਦਾ ਹੁੰਦਾ ਜੀ, ਅਸਲੀ ਤਾਂ ਨਿਰਣਾ ਉਹਨਾਂ ਨੇ ਕਰਨਾ ਵੀ ਕਿਹੜਾ। ਪਰ ਮੈਂ ਇੱਕੋ ਚੀਜ਼ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨੀ ਚਾਹੁੰਦਾ ਵੀ ਜਿਹਨੇ ਤਾਂ ਯਾਰ ਕੁਛ ਸਵਾਰਿਆ, ਜਿਹਨੇ ਤਾਂ ਕੁਛ ਕਰਕੇ ਦਿਖਾਇਆ, ਆਪਾਂ ਵੋਟ ਉਹਨੂੰ ਕਰੀਏ, ਆਪਾਂ ਵੋਟ ਉਹਨੂੰ ਕਰੀਏ ਜਿਹਨੇ ਕੁਛ ਕਰਕੇ ਦਿਖਾਇਆ। ਜਿਹੜੇ ਕਹਿੰਦੇ ਨੇ ਵੀ ਅਸੀਂ ਸਾਨੂੰ ਮੌਕਾ ਦਿਓ ਅਸੀਂ ਕਰਕੇ ਦਿਖਾਵਾਂਗੇ, ਇਹਨਾਂ ਕੋਲੇ ਯਾਨੀ ਕਿ ਪਾਰਟੀਆਂ ਕੋਲੇ ਦੇਖੋ ਰਾਜ ਸਭਾ ਮੈਂਬਰ ਅਕਾਲੀ ਦਲ ਕੋਲੇ ਸੀਗੇ ਜੀ, ਲੋਕ ਸਭਾ ਮੈਂਬਰ ਭਗਵੰਤ ਮਾਨ ਕੋਲੇ ਸੀਗੇ ਜੀ, ਤਾਂ ਇਹ ਜ਼ਰੂਰ ਕੁਛ ਨਾ ਕੁਛ ਇਹੋ ਜਿਹੇ ਪ੍ਰੋਜੈਕਟ ਲਿਆ ਸਕਦੇ ਸੀ। ਚਲੋ ਬਹੁਤੇ ਨਹੀਂ ਸੀ ਲਿਆ ਸਕਦੇ। ਧੂਰੀ ਲਈ ਭਗਵੰਤ ਸਿੰਘ ਮਾਨ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ MP ਟਨਿਓਰ ਦੇ ਵਿੱਚ ਦਿੱਤਾ ਕੁਛ ਨਹੀਂ, ਕੁਛ ਖਾਸ ਨਹੀਂ ਬਾਈ ਜੀ। ਆ ਬਿਲਕੁਲ ਜਦੋਂ ਭਗਵੰਤ ਜੀ ਦਾ ਇਹ ਫਾਈਨਲ ਹੋ ਗਿਆ ਵੀ ਇਹਨਾਂ ਨੇ ਇਲੈਕਸ਼ਨ ਉਰੋਂ ਲੜਨੀ ਆ, ਉਦੋਂ ਆ ਟੇਬਲ ਭੇਜੇ ਨੇ ਜੀ, ਜਿਹੜੇ ਆ ਕੁਰਸੀਆਂ ਬੈਂਚ ਜੇ ਹੁੰਦੇ ਨੇ ਜਿਹੜੇ, ਵੀ ਹੋਰ ਇਸ ਤੋਂ ਬਿਨਾਂ ਉਹਨਾਂ ਦਾ ਇੱਥੇ ਕੋਈ ਵੱਡੀ ਪ੍ਰੋਜੈਕਟ। ਤਾਂ ਹੀ ਤਾਂ ਮੈਂ ਓਪਨਲੀ ਡਿਬੇਟ ਲਈ ਉਹਨਾਂ ਨੂੰ ਬੁਲਾ ਰਿਹਾ ਵੀ ਆਓ ਡਿਬੇਟ ਕਰੀਏ ਆਪਾਂ ਇਸ ਚੀਜ਼ 'ਤੇ, ਕਿਉਂਕਿ ਹੈਲਦੀ ਕੰਪੀਟੀਸ਼ਨ ਹੋਣਾ ਚਾਹੀਦਾ ਜੀ, ਸੁਚਾਰੂ ਸੋਚ ਹੋਣੀ ਚਾਹੀਦੀ ਆ, ਕਿਉਂਕਿ ਲੋਕ ਤੁਹਾਨੂੰ ਦੇਖ ਰਹੇ ਨੇ ਪੂਰੇ ਜਿੱਥੇ ਵੀ ਪੰਜਾਬੀ ਭਾਈਚਾਰਾ ਆਪਣਾ ਦੇਸ਼ ਵਿਦੇਸ਼ 'ਚ ਵਸ ਰਿਹਾ, ਉਹ ਸਾਰੇ ਚੀਜ਼ ਦੇਖ ਰਹੇ ਨੇ ਇੱਥੋਂ। ਤਾਂ ਉਹਨਾਂ ਨੂੰ ਇਹ ਚੀਜ਼ਾਂ ਕਲੀਅਰ ਦੇਖੋ, ਐਵੇਂ ਆਪਾਂ ਇੱਕ ਦੂਸਰੇ 'ਤੇ ਇਹਨਾਂ ਦਾ ਸ਼ੁਰੂ ਤੋਂ ਇਹ ਰਿਹਾ ਨੈਗੇਟਿਵ ਕੰਪੇਨ ਕਰਦੇ ਨੇ, ਇਹ ਨੈਗੇਟਿਵ ਕੰਪੇਨ, ਕਦੇ ਪੋਜ਼ਿਟਿਵ ਵਿਜ਼ਨ ਨਹੀਂ ਰੱਖਿਆ ਇਹਨਾਂ ਨੇ। ਤੁਸੀਂ ਮੈਨੂੰ ਤਾਂ ਲੱਗਦਾ ਵੀ ਲੀਡਰ ਇਸ ਤਰੀਕੇ ਨਾਲ ਹੋਣਾ ਚਾਹੀਦਾ ਵੀ ਭਾਈ ਮੈਂ ਪਿਛਲੇ 5 ਸਾਲਾਂ 'ਚ ਆਹ ਕੰਮ ਕਰਵਾਏ ਨੇ, ਮੇਰੇ ਕੋਲ ਰੋਡ ਮੈਪ ਤਿਆਰ ਆ, ਅਗਲੇ 5 ਸਾਲਾਂ 'ਚ ਮੈਂ ਆਹ ਕੰਮ ਕਰਵਾਉਣੇ ਨੇ। ਐਤਕੀ ਤਾਂ 3 ਸਾਲਾਂ 'ਚੋਂ 2 ਸਾਲ ਸਾਡੇ ਕਰੋਨਾ 'ਚ ਹੀ ਨਿਕਲ ਗਏ। ਜੇ ਕਿਤੇ ਮੈਨੂੰ ਪੂਰੇ 5 ਸਾਲ ਵਧੀਆ ਤਰੀਕੇ ਨਾਲ ਮਿਲੇ ਹੁੰਦੇ, ਮੈਂ ਇਸ ਤੋਂ ਵੀ ਬਿਹਤਰ ਹੋਰ ਪਰਫਾਰਮ ਕਰਕੇ ਦਿਖਾਉਣਾ ਸੀ। ਅੱਜ ਹੁਣ ਸ਼ਹਿਰ ਦੇ ਵਿੱਚ 33 ਕਰੋੜ ਰੁਪਏ ਦੇ ਕੰਮ ਸਾਡੇ ਚੱਲ ਰਹੇ ਨੇ ਜੀ, ਪਰ ਇਹਨਾਂ ਨੇ ਸ਼ਿਕਾਇਤਾਂ ਕਰ ਕਰਕੇ ਉਹ ਸਾਰੇ ਕੰਮ ਇਸ ਟਾਈਮ, ਕਿਉਂਕਿ ਇਲੈਕਸ਼ਨ ਦਾ ਮਾਹੌਲ ਆ, ਪਰ ਮੈਂ ਲੜਾਈ 'ਚ ਨਹੀਂ ਪੈਣਾ ਚਾਹੁੰਦਾ ਜੀ, ਮੈਂ ਕੰਟਰੋਵਰਸੀ 'ਚ ਨਹੀਂ ਪੈਣਾ ਚਾਹੁੰਦਾ। ਲੋਕਾਂ ਨੂੰ ਤਾਂ ਪਤਾ ਹੀ ਆ ਵੀ ਕਿਹੜੇ ਕਿਹੜੇ ਕੰਮ ਚੱਲ ਰਹੇ ਨੇ, ਕਿੱਥੇ ਕਿੱਥੇ ਚੱਲ ਰਹੇ ਨੇ। ਜਿਹੜੀ ਮੈਂ ਗੱਲ ਕਹਿ ਰਿਹਾ, ਇਹ ਰਾਈਟ ਟੂ ਇਨਫੋਰਮੇਸ਼ਨ ਐਕਟ ਰਾਹੀਂ ਤੁਸੀਂ ਕਿਤੋਂ ਵੀ ਕਢਵਾ ਸਕਦੇ ਹੋ ਵੀਰ ਜੀ। ਜੇ ਮੇਰੀ ਗੱਲ 'ਚ ਕਿਸੇ 'ਚ ਝੂਠ ਹੋਇਆ ਤਾਂ ਤੁਸੀਂ ਬਿਲਕੁਲ ਦੁਬਾਰਾ ਤੁਸੀਂ ਮੀਡੀਆ ਰਾਹੀਂ ਮੈਨੂੰ ਚੈਲੰਜ ਕਰ ਸਕਦੇ ਹੋ ਕਿ ਤੂੰ ਉਸ ਦਿਨ ਗਲਤ ਬੋਲ ਰਿਹਾ ਸੀਗਾ। ਜੋ ਵੀ ਮੈਂ ਬੋਲ ਰਿਹਾ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਰਾਹੀਂ ਤੁਸੀਂ ਕੁਝ ਵੀ ਕਢਵਾ ਸਕਦੇ ਹੋ ਵੀ ਇਹ ਸੱਚ ਆ ਜਾਂ ਝੂਠ ਆ। ਗੋਲਡੀ ਜੀ, ਆਪਾਂ ਗੱਲ ਕਰਦੇ ਮਹਾਰਾਜਾ ਦੇ ਪਰਿਵਾਰ ਦੀ, ਪਟਿਆਲਾ ਨਾਲ ਲੱਗਦਾ ਆ ਵੱਡਾ ਸਮਾਂ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਰਹੇ ਨੇ, ਉਸ ਤੋਂ ਬਾਅਦ 9.5 ਸਾਲ CM ਵੀ ਰਹੇ ਨੇ। ਅੱਜ ਇਸ ਵਕਤ ਢੀਂਡਸਾ ਪਰਿਵਾਰ ਦਾ ਵੀ ਇਸ ਧੂਰੀ ਹਲਕੇ 'ਤੇ ਪ੍ਰਭਾਵ ਰਿਹਾ। ਅਰਵਿੰਦ ਖੰਨਾ ਜਿਹੜੇ ਆ ਉਹ ਪਹਿਲਾਂ ਕਾਂਗਰਸ ਦੇ ਇੱਥੋਂ ਵਿਧਾਇਕ ਸੀਗੇ, ਛੱਡ ਗਏ ਸਨ। 3 ਧਿਰਾਂ ਇਕੱਠੀਆਂ ਹੋ ਚੁੱਕੀਆਂ ਆ ਭਾਜਪਾ ਦੇ ਰੂਪ ਵਿੱਚ, ਔਰ ਧਨਾੜ ਵਪਾਰੀ ਮੰਨੇ ਜਾਂਦੇ ਨੇ ਅਰਵਿੰਦ ਖੰਨਾ। ਢੀਂਡਸਾ ਪਰਿਵਾਰ ਦਾ ਵੀ ਪ੍ਰਭਾਵ ਆ, ਕੈਪਟਨ ਅਮਰਿੰਦਰ ਸਿੰਘ ਵੀ ਆਪਣਾ ਕਿਤੇ ਨਾ ਕਿਤੇ ਕੋਈ ਪ੍ਰਭਾਵ ਰੱਖਦੇ ਆ। ਕਾਂਗਰਸ ਇਸ ਵਾਰ ਉਹਨਾਂ ਦਾ ਕਿੱਦਾਂ ਮੁਕਾਬਲਾ ਕਰ ਰਹੀ ਆ? ਨਹੀਂ, ਉਹਨਾਂ ਨੂੰ ਜਿਹੜੀ ਸਭ ਤੋਂ ਵੱਡੀ ਗੱਲ ਕਿ ਕਿਸਾਨ ਭਰਾਵਾਂ ਨੇ ਸਭ ਤੋਂ ਇਤਿਹਾਸਿਕ ਇੱਕ ਐਜੀਟੇਸ਼ਨ ਹੋਇਆ, ਮੈਨੂੰ ਲੱਗਦਾ ਵੀ ਸਦੀਆਂ ਤੋਂ ਬਾਅਦ, ਇਹ ਬੜੀ ਲੰਬੇ ਟਾਈਮ ਤੋਂ ਬਾਅਦ, ਅਤੇ ਐਡਾ ਲੰਬਾ ਇਹ ਚੀਜ਼ ਚੱਲੀ। 750 ਕਿਸਾਨ ਜਿਹੜੇ ਸ਼ਹੀਦ ਹੋਏ, ਠੀਕ ਹੈ ਨਾ। ਬਹੁਤ ਸਾਰੀਆਂ ਆਪਾਂ ਦੇਖਿਆ, ਮੀਂਹ ਹਨੇਰੀ ਧੁੱਪ ਗਰਮੀ ਹਰੇਕ ਚੀਜ਼ ਬੰਦਿਆਂ ਨੇ ਆਪਦੇ ਪਿੰਡੇ 'ਤੇ ਹੰਢਾਈ ਆ, ਇਤਿਹਾਸ ਬਣ ਗਿਆ। ਅਤੇ ਉਹ ਮੈਨੂੰ ਲੱਗਦਾ ਨਹੀਂ ਕਿ ਹੁਣ ਲੋਕ ਇਹਨਾਂ ਨੂੰ ਕੋਈ ਮੌਕਾ ਦੇਣ ਦੇ ਉਹਦੇ 'ਚ ਨੇ, ਜਾਂ ਵੀ ਇਹਨਾਂ ਨੂੰ ਕੋਈ ਵੈਲਕਮ ਕਰਨਗੇ। ਮੈਨੂੰ ਨਹੀਂ ਲੱਗਦਾ ਵੀ ਉਹ ਆਪਦੀ ਇੱਥੇ ਆਪਦੀ ਜਗ੍ਹਾ ਬਣਾਉਣ 'ਚ ਵੀ ਦੂਰ ਨੇੜੇ ਵੀ ਕੋਈ ਸਾਬਿਤ ਨਹੀਂ ਹੋ ਸਕਦੇ। ਪਰ ਹੁਣ ਲਾਸਟ ਜਿਹੜੀ ਰਹਿ ਗਈ ਗੱਲ ਵੀ ਕਿਸਾਨ ਮੋਰਚੇ ਦੇ ਵਿੱਚੋਂ ਪਾਰਟੀ ਨਿਕਲ ਆਈ ਆ, ਅਤੇ ਸੁਭਾਵਿਕ ਆ ਇਲੈਕਸ਼ਨਾਂ ਲੜ ਰਹੇ ਨੇ, ਅਤੇ ਤੁਹਾਡੇ ਇਹਨਾਂ ਹਲਕਿਆਂ ਵਿੱਚ ਜਥੇਬੰਦੀਆਂ ਦਾ ਬੜਾ ਵੱਡਾ ਜ਼ੋਰ ਰਿਹਾ ਆ। ਚਾਹੇ ਕੋਈ ਅੰਦੋਲਨ ਉੱਠਦਾ ਹੋਵੇ ਤਾਂ ਇਹਨਾਂ ਜਥੇਬੰਦੀਆਂ ਨੇ ਵਿੱਚ ਆਪਣਾ ਬੜਾ ਯੋਗਦਾਨ ਪਾਇਆ। ਕੀ ਲੱਗਦਾ ਕਿ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਜਿਹੜੇ ਆਏ ਨੇ ਇਲੈਕਸ਼ਨ ਪ੍ਰੋਸੈਸ ਦੇ ਵਿੱਚ, ਉਹ ਤੁਹਾਡੇ ਲਈ ਆਉਣ ਵਾਲੇ ਸਮਾਂ ਦਾ ਰਾਹ ਔਖਾ ਕਰ ਸਕਦੇ? ਨਹੀਂ, ਮੈਨੂੰ ਨਹੀਂ ਲੱਗਦਾ, ਕਿਉਂਕਿ ਬਾਈ ਜੀ ਬਾਹਰੋਂ ਇਹ ਚੀਜ਼ ਹੋਰ ਤਰੀਕੇ ਨਾਲ ਲੱਗਦੀ ਹੈ, ਬਟ ਜਦੋਂ ਤੁਸੀਂ ਇਹਦੇ ਅੰਦਰ ਇਹਨੂੰ ਜੁਆਇਨ ਕਰਦੇ ਹੋ, ਇਹਨੂੰ ਕੰਮ ਕਰਨ ਦਾ ਤਰੀਕੇ ਦੇ ਵਿੱਚ, ਮੈਨੂੰ ਨਹੀਂ ਲੱਗਦਾ ਕਿ ਬਹੁਤਾ ਵੱਡਾ ਇਹਦੇ 'ਚ ਰੋਲ ਆ। ਮੈਨੂੰ ਤਾਂ ਲੱਗਦਾ ਕਿ ਆਪਾਂ ਨੂੰ ਨਾ ਸਾਰੀਆਂ ਪਾਰਟੀਆਂ ਨੂੰ ਸਿਰ ਜੋੜ ਕੇ ਬੈਠਣਾ ਪਊਗਾ, ਚਾਹੇ ਉਹ ਕਿਸਾਨੀ ਦੀ ਗੱਲ ਆ, ਚਾਹੇ ਉਹ ਵਪਾਰੀ ਦੀ ਗੱਲ ਆ, ਚਾਹੇ ਉਹ ਨੌਜਵਾਨਾਂ ਦੀ ਗੱਲ ਆ। ਜਿੰਨਾ ਟਾਈਮ ਸਾਰੀਆਂ ਪਾਰਟੀਆਂ ਦੂਸ਼ਣਬਾਜ਼ੀ ਤੋਂ ਪਰਾਂ ਹੋ ਕੇ ਇੱਕ ਟੇਬਲ 'ਤੇ ਨਹੀਂ ਬੈਠਦੀਆਂ ਕਿ ਆਪਾਂ ਨੂੰ ਕਿਹੜੀਆਂ ਚੀਜ਼ਾਂ ਦੇ ਉੱਪਰ ਵਰਕਆਊਟ ਕਰਨਾ ਚਾਹੀਦਾ, ਕਿਉਂਕਿ ਪੰਜਾਬ ਆਪਣਾ ਨਿਰਭਰ ਆ ਖੇਤੀਬਾੜੀ 'ਤੇ।
ਸਾਡਾ ਵਪਾਰੀ ਵਰਗ ਬਹੁਤ ਵਿਚਾਰਾ ਇਸ ਚੀਜ਼ ਨਾਲ, ਹਰ ਇੱਕ ਚੀਜ਼ ਹੀ ਉਹਦੇ ਨਾਲ ਜੁੜੀ ਹੋਈ ਆ, ਕਿਉਂਕਿ ਜਦੋਂ ਖੇਤ 'ਚ ਫਸਲ ਆਊਗੀ ਤਾਂ ਉਹ ਵਪਾਰੀ ਤੱਕ ਪਹੁੰਚੂਗੀ ਜੀ। ਸਾਰੀ ਚੀਜ਼ ਆਪਣੀ ਪ੍ਰਕਿਰਿਆ ਜਿਹੜੀ ਉਹਦੇ ਨਾਲ ਜੁੜੀ ਹੋਈ ਆ। ਸੋ ਇਹ ਚੀਜ਼ਾਂ ਦੇ ਉੱਪਰ ਨਾ ਕਿੰਨੀ ਕਰੋੜਾਂ ਦਾ ਜਿਹੜਾ ਕਰਜ਼ਾ ਸਾਡੇ ਪੰਜਾਬ 'ਤੇ ਆ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਇਹਨੂੰ ਸਾਰੀਆਂ ਪਾਰਟੀਆਂ ਬੈਠ ਕੇ, ਜਿੱਤ ਹਾਰ ਇੱਕ ਡਿਫਰੈਂਟ ਗੱਲ ਆ, ਜਿੱਤ ਹਾਰ ਇੱਕ ਅਲੱਗ ਚੀਜ਼ ਆ, ਠੀਕ ਆ। ਆਪਾਂ ਜਿੱਤਦੇ ਹਾਂ ਹਾਰਦੇ ਹਾਂ ਉਹ ਡਿਫਰੈਂਟ ਗੱਲਾਂ ਨੇ, ਬਟ ਹਾਂਜੀ ਹਾਂ, ਕਿਸੇ ਨਾ ਕਿਸੇ ਜਗ੍ਹਾ 'ਤੇ ਤੁਹਾਨੂੰ ਪੰਜਾਬੀਅਤ ਬਾਰੇ ਸੋਚਣਾ ਤਾਂ ਪਊਗਾ ਵੀ ਕਿਸ ਚੀਜ਼ ਦੇ। ਬਟ ਕਾਂਗਰਸ ਮੈਨੀਫੈਸਟੋ ਦੇ ਵਿੱਚ ਅਸੀਂ ਇਸ ਵਾਰ ਕਾਫੀ ਚੀਜ਼ਾਂ ਕਿਸਾਨੀ ਨਾਲ ਸੰਬੰਧਿਤ, ਵਪਾਰੀ ਭਰਾਵਾਂ ਨਾਲ ਸੰਬੰਧਿਤ, ਨੌਜਵਾਨਾਂ ਨਾਲ ਸੰਬੰਧਿਤ ਕਾਫੀ ਚੀਜ਼ਾਂ ਅਜਿਹੀਆਂ ਲੈ ਕੇ ਆ ਰਹੇ ਹਾਂ, ਜਿਹੜਾ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਰਾਹਤ ਦਾ ਜਿਹੜਾ ਰਸਤਾ ਹੋਊਗਾ। ਭਗਵੰਤ ਸਿੰਘ ਮਾਨ ਤੇ ਨਵਜੋਤ ਸਿੰਘ ਸਿੱਧੂ ਦੋ ਵੱਡੇ ਚਿਹਰੇ ਨੇ, ਪੰਜਾਬ ਕਿਹਦੇ ਹੱਥਾਂ ਸੁਰੱਖਿਅਤ ਵੱਧ ਹੋ ਸਕਦਾ? ਦੇਖੋ ਜੀ, ਨਵਜੋਤ ਸਿੱਧੂ ਦਾ ਕੋਈ ਮੁਕਾਬਲਾ ਨਹੀਂ ਭਗਵੰਤ ਮਾਨ ਨਾਲ। ਉਹ ਬੜੀ ਇੱਕ ਚੰਗੀ ਸੋਚ ਦੇ ਮਾਲਿਕ ਨੇ। ਉਹ ਜਿਹੜੀ ਵੀ ਗੱਲ ਕਰਦੇ ਨੇ ਬੜੇ ਵਧੀਆ ਤਰੀਕੇ, ਉਹਨਾਂ ਕੋਲ ਰੋਡ ਮੈਪ ਆ, ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ, ਰੋਡ ਮੈਪ ਆ ਉਹਨਾਂ ਕੋਲੇ। ਇਹ ਕੱਲ੍ਹ ਇੱਥੇ ਧੂਰੀ ਭਗਵੰਤ ਮਾਨ ਆਇਆ, ਇਹਨਾਂ ਨੇ ਚੀਕਾਂ ਹੀ ਮਾਰੀਆਂ ਬਸ, ਇਹ ਚੀਜ਼ਾਂ ਨਹੀਂ ਹੈਗੀਆਂ ਜੀ। ਇਹ ਤੁਹਾਨੂੰ ਵਿਜ਼ਨ ਦੱਸਣਾ ਪਊਗਾ ਵੀ ਤੁਸੀਂ ਕੀ ਕਰੋਗੇ। ਜਿੰਨਾ ਟਾਈਮ ਤੁਹਾਡੇ ਕੋਲੇ ਰੋਡ ਮੈਪ ਹੀ ਹੈ ਨਹੀਂ ਜੀ, ਵੀ ਕੀ ਕਰੋਗੇ ਤੁਸੀਂ ਪੰਜਾਬ ਲਈ, ਕੀ ਕਰੋਗੇ। ਸਿਰਫ ਤੁਸੀਂ ਇਹੀ ਗੱਲ ਕਹੀ ਜਾਓਗੇ ਵੀ ਦਿੱਲੀ ਮਾਡਲ, ਦਿੱਲੀ ਮਾਡਲ, ਦਿੱਲੀ ਮਾਡਲ, ਨਹੀਂ ਕੰਮ ਬਣਨਾ ਨਾ, ਨਹੀਂ ਆਪਣਾ ਇਹ ਚੀਜ਼ਾਂ ਨਾਲ ਕੰਮ ਸਰਦਾ। ਕਿਉਂ ਨਹੀਂ ਇਹਨਾਂ ਨੇ ਇਹ ਸੋਚਿਆ ਵੀ ਅਸੀਂ ਸੰਗਰੂਰ ਨੂੰ ਮਾਡਲ ਬਣਾਈਏ, ਸੰਗਰੂਰ ਲੋਕ ਸਭਾ ਨੂੰ ਮਾਡਲ ਬਣਾਈਏ। ਜੇ ਇਹਨਾਂ ਨੇ ਮਾਡਲ ਬਣਾਇਆ ਹੁੰਦਾ, ਅੱਜ ਉਸੇ ਤਰਜ਼ ਦੇ ਉੱਤੇ ਇਹ ਪੰਜਾਬ ਦੀ ਚੋਣ ਲੜਦੇ ਵੀ ਦੇਖੋ ਸਾਡੇ ਕੋਲ ਇੱਕ ਮੈਂਬਰ ਪਾਰਲੀਮੈਂਟ ਸੀ, ਅਸੀਂ ਨੇ ਉੱਥੇ ਇਸ ਤਰੀਕੇ ਨਾਲ ਕੰਮ ਕਰੇ ਨੇ, ਆਹ ਐਜੂਕੇਸ਼ਨ 'ਤੇ ਕੰਮ ਕਰਿਆ, ਆਹ ਹੈਲਥ 'ਤੇ ਕੰਮ ਕਰਿਆ, ਆਹ ਸਪੋਰਟਸ 'ਤੇ ਕਰਿਆ, ਆਹ ਬੇਸਿਕ ਇਨਫਰਾਸਟਰਕਚਰ ਦੇ ਉੱਪਰ ਕੰਮ ਕਰਿਆ, ਅਤੇ ਉਹਨੂੰ ਇਹ ਲੋਕਾਂ ਦੇ ਵਿੱਚ ਲੈ ਕੇ ਜਾਂਦੇ। ਦਿੱਲੀ ਦਾ ਤੁਸੀਂ ਪੰਜਾਬ ਨਾਲ ਕੰਪੈਰੀਜ਼ਨ ਕਿਵੇਂ ਕਰ ਲਓਗੇ? ਦਿੱਲੀ 'ਚ ਕਿਹੜਾ ਕਿਸਾਨ ਆ ਜਿਹਨੂੰ ਇਹ ਫ੍ਰੀ ਬਿਜਲੀ ਦਿੰਦੇ ਨੇ? ਠੀਕ ਹੈ ਨਾ। ਪੰਜਾਬ 'ਚ ਅਸੀਂ ਫਸਲ ਤੋਂ ਬਾਅਦ ਕਰਚਿਆਂ ਨੂੰ ਅੱਗ ਲਾਉਣੇ ਆ, ਉਹ ਕੇਜਰੀਵਾਲ ਸਾਹਿਬ ਦੀਆਂ ਅੱਖਾਂ 'ਚ ਪੈ ਜਾਂਦਾ ਦਿੱਲੀ 'ਚ ਪਹੁੰਚ ਕੇ। ਅਤੇ ਸਭ ਤੋਂ ਵੱਡੀ ਗੱਲ ਵੀ ਨੋਟੀਫਾਈ ਜਿਹੜੇ ਕਾਨੂੰਨ ਸੀ, 3 ਕਾਨੂੰਨ, ਸਭ ਤੋਂ ਪਹਿਲਾਂ ਸੂਬਾ ਦਿੱਲੀ ਬਣਿਆ ਜਿਨ੍ਹਾਂ ਨੇ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਨੋਟੀਫਾਈ ਕਰਿਆ, ਉਹਨਾਂ 'ਚੋਂ ਇੱਕ ਕਾਨੂੰਨ, ਠੀਕ ਹੈ ਨਾ ਜੀ। ਤਾਂ ਉਹ ਅੱਜ ਪੰਜਾਬ ਦੀਆਂ ਵੋਟਾਂ ਦੇ ਹੱਕਦਾਰ ਨਹੀਂ ਹੈਗੇ। ਨਵਜੋਤ ਸਿੰਘ ਸਿੱਧੂ ਜੀ ਦਾ ਵਿਜ਼ਨ ਆ ਜਿਹੜਾ, ਉਹ ਬਹੁਤ ਵੱਡਾ, ਚਾਹੇ ਸ਼ਹਿਰ ਨੂੰ ਲੈ ਕੇ, ਚਾਹੇ ਪਿੰਡਾਂ ਨੂੰ ਲੈ ਕੇ ਸਾਡੇ ਪ੍ਰਧਾਨ ਨੇ, ਅਤੇ ਉਹਨਾਂ ਦਾ ਕੰਪੈਰੀਜ਼ਨ ਭਗਵੰਤ ਮਾਨ ਨਾਲ ਹੈ ਹੀ ਨਹੀਂ। ਇਹਨਾਂ ਦਾ ਆਪਾਂ ਹੋਰ ਨਾਲ ਲੱਗਦੀ ਦਿੱਲੀ ਦੀ ਗੱਲ ਜੋੜ ਲੈਂਗੇ। ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜਿਹੜੇ ਆਪਣੀ ਜੋ ਉਹਨਾਂ ਨੇ ਗੁਨਾਹ ਕਾਨੂੰਨ ਮੁਤਾਬਕ ਕੀਤਾ ਸੀ, ਉਹਨੀ ਸਜ਼ਾ ਪੂਰੀ ਉਸ ਤੋਂ ਵੱਧ ਕੱਟ ਲਈ ਆ। ਦਿੱਲੀ ਸਰਕਾਰ ਦੇ ਇਸ ਵੱਲ ਇੱਕ ਸਾਈਨ ਦੀ ਜ਼ਰੂਰਤ ਆ ਕਿ ਉਹਨਾਂ ਦੀ ਰਿਹਾਈ ਹੋ ਸਕਦੀ ਆ, ਕਿ ਉਹ ਆਪਣੇ ਪਰਿਵਾਰ ਵਿੱਚ ਜਾ ਕੇ ਆਪਣੀ ਬਾਕੀ ਰਹਿੰਦੀ ਜ਼ਿੰਦਗੀ ਗੁਜ਼ਾਰ ਸਕਦੇ ਆ। ਇਸ ਮੈਟਰ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਦੇਖੋ, ਪਾਰਟੀਬਾਜ਼ੀ ਤੋਂ ਪਰਾਂ ਹੋ ਕੇ, ਸਾਰੀਆਂ ਚੀਜ਼ਾਂ ਤੋਂ ਵੱਖ ਹੋ ਕੇ, ਇਨਸਾਨੀਅਤ ਦੇ ਤੌਰ 'ਤੇ ਇੱਕ ਬੰਦੇ ਨੇ ਸਾਰੀ ਉਮਰ ਉੱਥੇ ਕੱਢ ਲਈ, ਗੁਨਾਹ ਕਰਿਆ, ਕੋਈ ਹੋਇਆ, ਜੋ ਵੀ ਚੀਜ਼ਾਂ ਹੋਈਆਂ, ਅੱਜ ਜੇ ਉਹਨਾਂ ਨੂੰ ਰਿਹਾ ਹੋ ਸਕਦਾ ਇੱਕ ਬੰਦੇ ਦੇ ਸਾਈਨ ਦੇ ਨਾਲ, ਆਪਦਾ ਪਰਿਵਾਰ ਦੇ ਵਿੱਚ ਬੰਦਾ ਉਹ ਰਹਿ ਸਕਦਾ। ਕਿਉਂਕਿ ਕੱਲ੍ਹ ਵੀ ਭਗਵੰਤ ਮਾਨ ਦੇ ਘਰ ਦੇ ਸਾਹਮਣੇ ਉਹਨਾਂ ਦੇ ਬ੍ਰਦਰ ਨੇ ਸ਼ਾਇਦ ਉੱਥੇ ਪਹੁੰਚ ਕੇ ਪ੍ਰੋਟੈਸਟ ਵਗੈਰਾ ਕਰਿਆ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਆਪਾਂ ਪੰਜਾਬੀਅਤ ਲਈ ਕੰਮ ਕਰਨਾ ਨਾ ਜੀ, ਆਪਾਂ ਆਪਦੇ ਬੰਦਿਆਂ ਲਈ ਕੰਮ ਕਰਨਾ, ਕਿਉਂਕਿ ਸਮਾਂ ਚੇਂਜ ਹੁੰਦਾ ਰਹਿੰਦਾ ਜੀ। ਅੱਜ ਜਿਹੜੀ ਚੀਜ਼ ਆ ਉਹ ਆਉਣ ਵਾਲੇ 5 ਸਾਲਾਂ ਨੂੰ ਨਹੀਂ ਹੋਣੀ। ਅੱਜ ਤੋਂ ਜਿਹੜੀ ਪਹਿਲਾਂ ਸੀਗੀ 20 ਸਾਲ ਪਹਿਲਾਂ, ਉਹ ਅੱਜ ਨਹੀਂ ਹੈਗੀ। ਸੋ ਉਹ ਚੀਜ਼ ਨੂੰ ਉਸ ਪੁਆਇੰਟ ਆਫ ਵਿਊ ਨਾਲ ਤਾਂ ਤੁਸੀਂ ਸੋਚ ਹੀ ਨਹੀਂ ਸਕਦੇ। ਅੱਜ ਇਹਨਾਂ ਨੂੰ ਬਿਲਕੁਲ ਸਾਈਨ ਕਰਨੇ ਚਾਹੀਦੇ ਨੇ ਜੀ, ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਇਸ ਚੀਜ਼ ਦੇ ਉੱਪਰ। ਅਤੇ ਮੈਂ ਪਾਰਟੀਬਾਜ਼ੀ ਤੋਂ ਪਰਾਂ ਹੋ ਕੇ ਕਹਿ ਰਿਹਾ, ਹੋਰ ਬਹੁਤ ਸਾਰੇ ਸਾਡੇ ਇਹੋ ਜਿਹੇ ਸਿੰਘ ਨੇ, ਯਾਨੀ ਕਿ ਜਿਹੜੇ ਜੇਲ੍ਹਾਂ ਦੇ ਵਿੱਚ ਸਜ਼ਾ ਪੂਰੀ ਹੋ ਚੁੱਕੀ ਆ, ਪਰ ਉਹ ਬੈਠੇ ਨੇ, ਉਹਨਾਂ ਨੂੰ ਰਿਹਾ ਹੋਣਾ ਚਾਹੀਦਾ। ਆਪਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ। ਬੜੇ ਸਧਾਰਨ ਪਰਿਵਾਰ ਵਿੱਚੋਂ ਉਹਨਾਂ ਨੇ ਆਪਣਾ ਜਿਹੜਾ 111 ਦਿਨ ਦਾ ਜਿਹੜਾ ਟਾਈਮ ਸੀਗਾ, ਉਹ ਸਰਕਾਰ ਦੇ ਵਿੱਚ ਪੂਰੇ ਜ਼ੋਰ ਦਿਨ ਰਾਤ ਕੰਮ ਕੀਤਾ। ਪਰ ਅਖੀਰ ਦੇ ਵਿੱਚ ਆਣ ਕੇ ਘਟਨਾ ਵਾਪਰਦੀ ਕਿ ਈਡੀ ਵੱਡੀਆਂ ਨੋਟਾਂ ਦੀਆਂ ਗੱਡੀਆਂ ਉਹਨਾਂ ਦੇ ਰਿਸ਼ਤੇਦਾਰ ਦੇ ਨਾਲ ਲਾ ਕੇ ਫੋਟੋਆਂ ਆ ਰਹੀਆਂ ਕਿ ਉਹਨਾਂ ਦੇ ਪਰਿਵਾਰ ਵਿੱਚ ਬਹੁਤ ਵੱਡੇ ਪੱਧਰ 'ਤੇ ਕਰਪਸ਼ਨ ਦਾ ਪੈਸਾ ਪਿਆ ਆ। ਕੀ ਲੱਗਦਾ ਆ ਕਿ ਵਾਕਿਆ ਹੀ ਇਹ ਪੋਲੀਟਿਕਸ ਹੋ ਰਹੀ ਆ, ਕਿ ਜਾਂ ਚਰਨਜੀਤ ਚੰਨੀ ਲੋਕਾਂ ਨੂੰ ਦਿਖਾ ਰਿਹਾ ਕਿ ਮੈਂ ਸਧਾਰਨ ਬੰਦਾ ਹੈ ਨਹੀਂਗਾ, ਆਮ ਬੰਦਾ ਹੈਗਾ ਜਾਂ ਨਹੀਂ ਹੈਗਾ? ਇਹ ਕਿੱਦਾਂ ਦੇਖਦੇ ਆ ਕਿ ਇਲੈਕਸ਼ਨ ਦੌਰਾਨ ਈਡੀ ਦਾ ਜਿਹੜਾ ਸੱਪ ਨਿਕਲਦਾ ਆ, ਵੱਖ-ਵੱਖ ਸਟੇਟਾਂ 'ਚ ਨਿਕਲਦਾ ਆ, ਇਹ ਚੀਜ਼ ਨੂੰ ਕਿੱਦਾਂ ਦੇਖਦੇ? ਇਹ ਡੀਫੇਮ ਕਰਨਾ ਹੁੰਦਾ ਜੀ, ਕਿਸੇ ਵੀ ਇਨਸਾਨ ਨੂੰ ਡੀਫੇਮ ਕਰਨਾ, ਅਤੇ ਵੀ ਉਹਨਾਂ ਦੀ ਜਿਹੜੀ ਲੋਕਾਂ ਦੇ ਪ੍ਰਤੀ ਛਵੀ ਬਣ ਰਹੀ ਆ, ਉਹਨੂੰ ਕਿਸ ਤਰੀਕੇ ਖਰਾਬ ਕਰਿਆ ਜਾਵੇ। ਤੁਸੀਂ 15 ਘਰਾਂ 'ਚੋਂ ਜਾਣੀ ਕਿ ਪੈਸੇ ਇਕੱਠੇ ਕਰਕੇ ਦਿਖਾ ਰਹੇ ਹੋਗੇ, ਆਹ ਚੀਜ਼ ਐਂ ਹੋ ਗਈ। ਮੈਨੂੰ ਲੱਗਦਾ ਵੀ ਇਹੋ ਜਿਹੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਇਹੋ ਜਿਹੀਆਂ ਗੱਲਾਂ ਬਾਤਾਂ ਨਹੀਂ ਹੋਣੀਆਂ ਚਾਹੀਦੀਆਂ। ਇਹ ਕਿੰਨਾ ਕੁ ਡੀਫੇਮ ਕਰੋਗੇ ਚੰਨੀ ਨੂੰ? ਹਰੇਕ ਬੱਚੇ ਦੀ ਜ਼ੁਬਾਨ 'ਤੇ ਚੰਨੀ ਦਾ ਨਾਮ ਆ, ਹਰੇਕ ਪਿੰਡ ਇਕੱਲੇ ਬਜ਼ੁਰਗਾਂ ਦੇ ਉਹਦੇ। ਕਦੇ ਕਿਸੇ ਨੇ ਸੋਚਿਆ ਸੀ ਲਾਲ ਕਾਪੀ ਵਾਲਿਆਂ ਨੂੰ 3000 ਰੁਪਈਆ ਪੈ ਜਾਊਗਾ, ਉਹ ਵੀ ਤਿਉਹਾਰਾਂ 'ਤੇ?
ਕਦੇ ਕਿਸੇ ਨੇ ਸੋਚਿਆ ਸੀ ਵੀ ਲਾਲ ਲਕੀਰ ਦੇ ਅੰਦਰ ਜਿੰਨੇ ਵੀ ਘਰ ਆਉਂਦੇ ਨੇ ਉਹ ਬੰਦੇ ਆਪਦੀ ਰਜਿਸਟਰੀ ਕਰਾ ਸਕਦੇ ਨੇ, ਉਹ ਬੰਦੇ ਰਜਿਸਟਰੀ ਕਰਾ ਕੇ ਆਪਦਾ ਲੋਨ ਲੈ ਸਕਦੇ ਨੇ, ਲੋਨ ਲੈ ਕੇ ਉਹ ਆਪਦੇ ਬੱਚਿਆਂ ਦੀ ਵਿਆਹ ਸ਼ਾਦੀ ਕਰ ਸਕਦੇ ਨੇ, ਉਹਨਾਂ ਨੂੰ ਪੜ੍ਹਾ ਸਕਦੇ ਨੇ, ਕੋਈ ਹੋਰ ਕਬੀਲਦਾਰੀ ਕਰ ਸਕਦੇ ਨੇ। ਇਹ ਚੰਨੀ ਜੀ ਨੇ ਕਿਉਂ ਸੋਚਿਆ? ਠੀਕ ਹੈ ਨਾ। ਜੇ ਮਨਰੇਗਾ ਦੀ ਗੱਲ ਕਰੀਏ ਪਿੰਡਾਂ ਦੇ ਵਿੱਚ ਤਾਂ ਇਹ ਕਾਂਗਰਸ ਪਾਰਟੀ ਦੀ ਦੇਣਾ, ਡਾਕਟਰ ਮਨਮੋਹਨ ਸਿੰਘ ਤੇ ਰਾਹੁਲ ਗਾਂਧੀ ਜੀ ਦੀ ਦੇਣਾ। ਮਨਰੇਗਾ ਵਰਗਾ ਕਾਨੂੰਨ ਦੱਸੋ, ਹਰ ਰੋਜ਼ ਦਿਹਾੜੀ ਮਿਲਦੀ ਆ ਬੰਦਿਆਂ ਨੂੰ, ਕੰਮ ਕਰਦੇ ਨੇ ਵਿਚਾਰੇ, ਇਹੋ ਜਿਹਾ ਕਾਨੂੰਨ, ਰਾਈਟ ਟੂ ਇਨਫੋਰਮੇਸ਼ਨ ਐਕਟ, ਕੋਈ ਵੀ ਸਰਕਾਰੀ ਚੀਜ਼ ਹੋ ਰਹੀ ਆ, ਕੋਈ ਟੈਂਡਰ ਹੋ ਰਿਹਾ ਜਾਂ ਕੋਈ ਹੋਰ ਕੰਮ ਹੋ ਰਿਹਾ, ਉਹਦੀ ਰਾਈਟ ਟੂ ਇਨਫੋਰਮੇਸ਼ਨ ਐਕਟ ਰਾਹੀਂ ਤੁਸੀਂ ਚੀਜ਼ਾਂ, ਇਹ ਵੀ ਡਾਕਟਰ ਮਨਮੋਹਨ ਸਿੰਘ ਤੇ ਰਾਹੁਲ ਗਾਂਧੀ ਦੀ ਸੋਚ ਆ ਕਾਂਗਰਸ ਪਾਰਟੀ। ਮਨਰੇਗਾ ਦੀ ਗੱਲ ਚੱਲਦੇ ਯਾਦ ਆ ਗਈ ਵੀ ਜੇ ਲੇਬਰ ਵਰਗ ਜਿਹੜਾ ਹੈਗਾ ਉਹਨੂੰ ਖੇਤੀ ਸੈਕਟਰ ਵਿੱਚ ਵੀ ਡਿਪਲੋਏ ਕਰ ਦਿੱਤਾ ਜਾਵੇ, ਵੀ ਜੇ ਕਿਸਾਨ ਨੂੰ ਲੇਬਰ ਦੀ ਜ਼ਰੂਰਤ ਹੈਗੀ ਤਾਂ ਮਨਰੇਗਾ ਵਿੱਚੋਂ ਪੇ ਹੋਊਗਾ, ਕਿਸਾਨ ਆਪਣਾ ਉਹਦੇ ਨਾਲ ਕਿਸਾਨੀ ਦੀ ਵੀ ਮਦਦ ਹੋ ਜੂਗੀ, ਲੇਬਰ ਦਾ ਵੀ ਚੱਲਦਾ ਰਹੂ। ਇਹ ਤੁਹਾਨੂੰ ਲੱਗਦਾ ਸੋਧ ਹੋਣੀ ਚਾਹੀਦੀ? ਬਿਲਕੁਲ ਹੋ ਸਕਦਾ ਜੀ, ਇਹ ਤੇ ਹੋਣੀ ਵੀ ਚਾਹੀਦੀ ਆ। ਦੋਵੇਂ ਭਰਾ ਭੈਣ 9 ਮਾਸ ਦਾ ਰਿਸ਼ਤਾ ਜੀ ਅੱਜ ਕੱਲ੍ਹ, ਠੀਕ ਹੈ ਨਾ। ਕਿਸਾਨ ਵੀ ਕਿਹੜੇ ਵੱਡੇ ਰਹਿ ਗਏ ਬਾਈ ਜੀ, ਬਹੁਤ ਛੋਟੇ ਛੋਟੇ ਕਿਸਾਨ ਨੇ, ਉਹੀ ਜੀ ਵਿਚਾਰੇ ਸਾਰੇ ਪਿੰਡ ਵਾਲੇ ਤਾਂ ਆਪਸ 'ਚ ਉਵੇਂ ਭੈਣ ਭਾਈ ਨੇ ਜੀ, ਠੀਕ ਹੈ ਨਾ। ਅੱਜ ਜਿਹੜੇ ਰਿਸ਼ਤੇ, ਜਿਹੜੇ ਪੰਜਾਬ ਦੇ ਵਿੱਚ ਰਿਸ਼ਤਿਆਂ ਨੂੰ ਅਹਿਮੀਅਤ ਦਿੱਤੀ ਜਾਂਦੀ ਆ, ਜੱਟ ਤੇ ਸੀਰੀ ਦਾ ਰਿਸ਼ਤਾ ਮੈਨੂੰ ਲੱਗਦਾ ਵੀ ਬਹੁਤ ਹੀ ਗੂੜਾ ਰਿਸ਼ਤਾ, ਠੀਕ ਹੈ ਨਾ, ਕਾਮਿਆਂ ਦਾ ਰਿਸ਼ਤਾ, ਠੀਕ ਹੈ ਨਾ। ਜਿਹੜੇ ਆਪਸ 'ਚ ਜਿਹੜੇ ਕਿਉਂ ਉਹਨਾਂ ਦਾ ਆਪਾਂ ਬੈਨੀਫਿਟ ਰੋਕ ਰਹੇ ਹਾਂ, ਉਹਨਾਂ ਨੂੰ ਮਿਲਣਾ ਚਾਹੀਦਾ। ਜਿਹੜੇ ਲੇਬਰ ਕਲਾਸ ਆ ਵਿਚਾਰੀ, ਉਹਨਾਂ ਨੂੰ ਕਿਉਂ ਨਹੀਂ ਇਹ ਚੀਜ਼ ਹੋਣੀ ਚਾਹੀਦੀ? ਤੇ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਵੀ ਹੋਣਾ ਚਾਹੀਦਾ। ਉਹ ਵੈਸੇ ਆਲਰੇਡੀ ਕਾਨੂੰਨ ਦੇ ਵਿੱਚ ਹੈਗੀ ਆ, ਜੋ ਆਪਦੇ ਖੇਤ 'ਚ ਕੰਮ ਕਰਦੇ ਨੇ। ਸੋ ਮੈਨੂੰ ਤਾਂ ਲੱਗਦਾ ਕਿ ਵੱਧ ਤੋਂ ਵੱਧ ਜਿਹੜਾ ਸਰਕਾਰਾਂ ਨੂੰ ਧਿਆਨ ਆ, ਜਿਹੜਾ ਉਹ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਬੰਦਿਆਂ ਨੂੰ ਰੋਜ਼ਗਾਰ ਵੱਲ ਲੈ ਕੇ ਜਾਣਾ ਚਾਹੀਦਾ। ਕੋਈ ਨਾ ਕੋਈ ਇਹੋ ਜਿਹੀਆਂ ਸਨਅਤਾਂ ਆਉਣੀਆਂ ਚਾਹੀਦੀਆਂ ਨੇ, ਕੋਈ ਨਾ ਕੋਈ ਇਹੋ ਜਿਹੇ ਪ੍ਰੋਜੈਕਟ ਆਉਣੇ ਚਾਹੀਦੇ ਨੇ ਵੀ ਘੱਟੋ ਘੱਟ, ਕਿਉਂਕਿ ਹੁਣ ਪਹਿਲਾਂ ਵਾਲਾ ਸਿਸਟਮ ਨਹੀਂ ਰਿਹਾ ਬਾਈ ਜੀ ਵੀ ਇੱਕ ਬੰਦਾ ਕਮਾਊਗਾ। ਹੁਣ ਤਾਂ ਖਰਚੇ ਵੀ ਇੰਨੇ ਵੱਧ ਗਏ, ਮਹਿੰਗਾਈ ਵੀ ਇੰਨੀ ਹੋ ਗਈ। ਹੁਣ ਤਾਂ ਘਰ ਦੀ ਔਰਤ ਵੀ ਕੰਮ ਕਰਨ ਦੇ ਵਿੱਚ ਇੱਛੁਕ ਆ ਕਿ ਮੈਂ ਕੰਮ ਕਰਾਂ, ਬੱਚੇ ਵੀ ਇੱਛੁਕ ਨੇ ਕਿ ਮੈਂ ਫੌਰਨ ਜਿਹੜਾ ਸਿਸਟਮ ਹੁੰਦਾ, ਤੇ ਘਰ ਦਾ ਮੇਲ ਮੈਂਬਰ ਵੀ ਜਿਹੜਾ ਸਭ ਤੋਂ, ਉਹ ਵੀ ਕੰਮ ਕਰੇ। ਹਾਂ, ਪੰਜੇ ਕੰਮ ਉਹਨਾਂ ਨੂੰ ਕੰਮ ਮੁਹੱਈਆ ਕਰਵਾਉਣ ਦੀ ਜ਼ਰੂਰਤ ਆ, ਉਹਨਾਂ ਦੇ ਘਰ ਤੱਕ ਰੋਟੀ ਪਹੁੰਚਾਉਣ ਦੀ ਜ਼ਰੂਰਤ ਆ। ਇਹ ਲੜਾਈਆਂ ਤਾਂ ਸਾਡੀਆਂ ਹੁੰਦੀਆਂ ਰਹਿਣਗੀਆਂ, ਇਹਦਾ ਚੱਲਦੀਆਂ ਰਹਿਣਗੀਆਂ, ਪਰ ਕਿਹੜੀ ਪਾਰਟੀ ਇਸ ਚੀਜ਼ ਦੇ ਉੱਤੇ ਵਰਕ ਕਰ ਰਹੀ ਆ, ਲੋਕਾਂ ਨੂੰ ਇਹ ਸੋਚਣਾ ਪਊਗਾ। ਅੰਤਮ ਸਵਾਲ ਹਲਕਾ ਧੂਰੀ ਤੇ ਆਪਾਂ ਆਣ ਕੇ ਸਮੇਟਾਂਗੇ ਇਸ ਇੰਟਰਵਿਊ ਨੂੰ। ਗਲੀਆਂ ਨਾਲੀਆਂ ਨੂੰ ਛੱਡ ਲਈਏ, ਹੋਰ ਛੋਟੇ ਮੋਟੇ ਕੰਮ ਜਿਹੜੇ ਸਰਕਾਰਾਂ ਕਰਦੀਆਂ ਉਹਨਾਂ ਨੂੰ ਛੱਡ ਲਈਏ, ਕੀ ਵੱਡਾ ਵਿਜ਼ਨ ਇੱਕ ਹੈਲਥ ਨੂੰ ਲੈ ਕੇ, ਸਿੱਖਿਆ ਨੂੰ ਲੈ ਕੇ ਤੇ ਰੋਜ਼ਗਾਰ ਨੂੰ ਲੈ ਕੇ ਦਲਵੀਰ ਗੋਲਡੀ ਦਾ ਕੀ ਹੋਵੇਗਾ? ਕਿ ਦੁਬਾਰਾ ਨੁਮਾਇੰਦਾ ਬਣਾਉਂਦੇ ਨੇ ਹਲਕਾ ਧੂਰੀ ਵਾਲੇ ਲੋਕ, ਤਾਂ ਇਹ ਤਿੰਨਾਂ ਚੀਜ਼ਾਂ ਨੂੰ ਲੈ ਕੇ ਵੱਡਾ ਵਿਜ਼ਨ ਕੀ ਹੋਵੇਗਾ? ਦੇਖੋ, ਮੈਂ ਪਹਿਲਾਂ ਵੀ ਦੱਸਿਆ ਕਿ ਮੈਂ ਯੂਨੀਵਰਸਿਟੀ ਲਈ ਕੀ ਕਰਿਆ, ਜਾਂ ਐਜੂਕੇਸ਼ਨ, ਮੈਂ 7 ਸਕੂਲ ਅਪਗ੍ਰੇਡ ਕਰਾਏ ਨੇ ਬਾਈ ਜੀ। 7 ਸਕੂਲ 'ਚੋਂ ਦੁੱਗਣੀ ਪਿੰਡ ਇਹੋ ਜਿਹਾ ਸੀ ਜੋ ਸਾਡੇ ਮੁਸਲਿਮ ਭਾਈਚਾਰੇ ਦਾ ਪਿੰਡ ਆ, ਉਹ ਬੱਚੀਆਂ ਦੂਸਰੇ ਪਿੰਡਾਂ 'ਚ ਪੜ੍ਹਨ ਤੋਂ ਥੋੜ੍ਹਾ ਜਿਹਾ ਗੁਰੇਜ਼ ਕਰਦੀਆਂ ਨੇ, ਅਤੇ ਅੱਜ ਉੱਥੇ ਹਾਈ ਸਕੂਲ ਬਣ ਗਿਆ ਜੀ। ਕਿੰਨੀ ਵੱਡੀ ਗੱਲ ਆ ਜੀ, ਸਾਡੀਆਂ ਬੱਚੀਆਂ ਪੜ੍ਹਨਗੀਆਂ, ਉਹਨਾਂ ਨੂੰ ਐਜੂਕੇਸ਼ਨ ਮਿਲੂਗੀ। ਇਸੇ ਤਰੀਕੇ 11 ਪਿੰਡਾਂ ਦੀ ਲਿਸਟ ਆ ਜਿਹੜੀ, ਉਹ ਮੈਂ ਆਲਰੇਡੀ ਭੇਜ ਰੱਖੀ ਆ, ਜਿਹਦੇ ਤੋਂ 7 ਸਕੂਲ ਨੇ ਜਿਹੜੇ ਉਹ ਅਪਗ੍ਰੇਡ ਹੋ ਗਏ ਇਹ ਐਜੂਕੇਸ਼ਨ ਦੇ ਉੱਪਰ। ਅਤੇ ਮੇਰੇ ਸਕੂਲ ਜਾ ਕੇ ਦੇਖੋਗੇ ਤੁਸੀਂ, ਚਾਹੇ ਪ੍ਰਾਇਮਰੀ ਚਾਹੇ ਹਾਈ, ਤੁਹਾਨੂੰ ਆਪਦੇ ਆਪ ਪਤਾ ਲੱਗੂਗਾ ਕਿ ਮੈਂ ਐਜੂਕੇਸ਼ਨ 'ਤੇ ਕਿੰਨਾ ਕੁ ਕੰਮ ਕਰਿਆ, ਅਤੇ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਹੋਰ ਗਾਂਹ ਲੈ ਕੇ ਜਾਣਾ। ਅਗਲੀ ਵਾਰ ਨੂੰ ਮੈਂ ਇੱਕ ਚੋਣ ਮੈਨੀਫੈਸਟੋ ਤਿਆਰ ਕਰ ਰਿਹਾ ਧੂਰੀ ਦਾ, ਸਿਰਫ ਧੂਰੀ ਦਾ ਚੋਣ ਮੈਨੀਫੈਸਟੋ, ਪਾਰਟੀ ਤੋਂ ਅਲੱਗ ਹੋ ਕੇ, ਅਤੇ ਉਹ ਮੈਂ ਐਫੀਡੇਵਿਟ ਵੀ ਦਊਂਗਾ ਕਿ ਜੇ ਮੈਂ ਇਹ ਪੂਰਾ ਨਾ ਕਰ ਸਕਿਆ, ਮੈਂ ਲੀਗਲ ਡਾਕੂਮੈਂਟ ਬਣਾਊਂਗਾ ਉਸ ਚੀਜ਼ ਨੂੰ, ਅਗਲੀ ਵਾਰੀ ਜਵਾਬਦੇਹ ਹੋਊਂਗਾ। ਅਤੇ ਚਾਹੇ ਮੈਂ ਜਿੱਤਾਂ ਚਾਹੇ ਮੈਂ ਹਾਰਾਂ, ਇਹ ਵੀ ਨਾਲ ਲਿਖੂੰਗਾ, ਇਹ ਵੀ ਨਹੀਂ ਕਦੇ ਕਿਸੇ ਨੇ ਲਿਖਿਆ ਹੋਣਾ, ਅਤੇ ਮੈਂ ਇਹ ਚੀਜ਼ ਕਰਕੇ ਦਿਖਾਊਂਗਾ। ਕਿਸੇ ਨਾ ਕਿਸੇ ਨੂੰ ਸ਼ੁਰੂਆਤ ਕਰਨੀ ਪੈਣੀ ਆ, ਅਤੇ ਉਹ ਸ਼ੁਰੂਆਤ ਤੁਹਾਡਾ ਇਹ ਭਰਾ ਕਰੂਗਾ। ਗੋਲਡੀ ਜੀ, ਸਾਨੂੰ ਟਾਈਮ ਦਿੱਤਾ, ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ ਬਾਈ ਜੀ, ਥੈਂਕ ਯੂ। ਦਲਵੀਰ ਗੋਲਡੀ ਜੀ ਦਾ ਮੰਨਣਾ ਹੈ ਕਿ ਧੂਰੀ ਹਲਕੇ ਲਈ ਮੇਰੇ ਵੱਲੋਂ ਇੱਕ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਜਾਵੇਗਾ, ਔਰ ਲੀਗਲ ਡਾਕੂਮੈਂਟ ਦੇ ਤੌਰ ਤੇ ਉਹਨੂੰ ਆਮ ਪਬਲਿਕ ਮੰਨ ਸਕਦੀ ਹੈ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਧੂਰੀ ਦੇ ਮੁੱਦਿਆਂ ਨੂੰ ਲੈ ਕੇ ਮੈਂ ਚਾਹੇ ਜਿੱਤਾਂ ਚਾਹੇ ਹਾਰਾਂ, ਧੂਰੀ ਦੇ ਮੁੱਦਿਆਂ ਨੂੰ ਲੈ ਕੇ ਜੇ ਮੂੰਹ ਮੋੜਾਂਗਾ ਤਾਂ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਦੁਬਾਰਾ ਵੋਟ ਨਾ ਪਾਉਣ। ਦੇਖਦੇ ਹਾਂ, ਧੂਰੀ ਦਾ ਹਲਕਾ ਇਸ ਵਕਤ ਸੁਰਖੀਆਂ ਦਾ ਕੇਂਦਰ ਬਣਿਆ ਹੋਇਆ। ਇੱਕ ਦਲਵੀਰ ਸਿੰਘ ਗੋਲਡੀ ਨੇ, ਉਹਨਾਂ ਨੂੰ ਲੋਕ ਮੌਕਾ ਦਿੰਦੇ ਨੇ ਤਾਂ ਵੱਡੇ ਕੈਬਨਿਟ ਮੰਤਰੀ ਦਾ ਉਹ ਅਹੁਦਾ ਪ੍ਰਾਪਤ ਕਰ ਸਕਦੇ ਨੇ। ਦੂਸਰੇ ਪਾਸੇ ਭਗਵੰਤ ਸਿੰਘ ਮਾਨ ਨੇ, ਜੇਕਰ ਲੋਕ ਉਹਨਾਂ ਨੂੰ ਮੌਕਾ ਦਿੰਦੇ ਨੇ ਤੇ ਉਹ ਪੰਜਾਬ ਦਾ CM ਦਾ ਚਿਹਰਾ ਉਹਨਾਂ ਦੀ ਪਾਰਟੀ ਨੇ ਉਹਨਾਂ ਨੂੰ ਐਲਾਨਿਆ ਹੋਇਆ। ਫੈਸਲਾ ਧੂਰੀ ਦੇ ਲੋਕਾਂ ਨੇ ਕਰਨਾ। ਦੇਖਦੇ ਹਾਂ 20 ਫਰਵਰੀ ਨੂੰ ਲੋਕ ਕਿੱਦਾਂ ਦਾ ਫੈਸਲਾ ਲੈਂਦੇ ਆ। ਜੁੜੇ ਰਹੋ ਪੰਜਾਬੀ ਨੈਸ਼ਨਲ TV ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।